सत श्री अकाल जी दा खालस टीवी देखने वाले देश दुनिया के साढ़े सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 27 फरवरी है, दिन ऐतवार है। अज दे दिन दीयां सारियां वड्डियां ताज़ा ते खास खबरां तुहानूं दस दिंदे हां। ते बुलेटिन दे विच सब तो पहला यूक्रेन रूस जंग दीयां ही सारियां अपडेट्स तुहानूं दसदे हां कि उत्थे की कुछ हो रहा है। सब तो पहला राहत भरी खबर विद्यार्थियों के मापिਆਂ ਨੂੰ दे दिंदे हां ਜਿਹੜੇ विद्यार्थी यूक्रेन ਦੇ ਵਿੱਚ फसे हुए ने ते उन्हां दे विचों 219 विद्यार्थियों ਨੂੰ ਲੈ के पहली उड़ान है जिहड़ी ਉਹ मुंबई पहुंच चुकी है। केंद्रीय मंत्री पीयूष गोयल ने मुंबई हवाई अड्डे ते पहुंचे विद्यार्थियों का स्वागत किया। यूक्रेन ਦੇ ਵਿੱਚੋਂ ਕੱਢੇ ਗਏ 219 ਵਿਦਿਆਰਥੀਆਂ ਨੂੰ ਬੁਖਾਰੈਸਟ ਰੋਮਾਨੀਆ ਤੋਂ ਲੈ ਕੇ 에ਅਰ ਇੰਡੀਆ ਦੀ ਪਹਿਲੀ ਉਡਾਨ ਦੇਰ ਸ਼ਾਮ ਮੁੰਬਈ ਹਵਾਈ ਅੱਡੇ ਤੇ ਉਤਰੀ। ਕੱਲ 2 ਹੋਰ ਉਡਾਣਾਂ ਉਧਰ ਗਈਆਂ ਨੇ ਤੇ ਅੱਜ ਸਵੇਰੇ ਇਹਨਾਂ ਦੇ ਦਿੱਲੀ ਪਹੁੰਚਣ ਦੀ ਆਸ ਹੈ। ਇਸੇ ਦਰਮਿਆਨ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਦੇ ਨਾਲ ਖੜੀ ਹੈ। ਤੇ ਹੁਣ ਯੁੱਧ ਦੇ ਨਾਲ ਜੁੜੀਆਂ ਸਾਰੀਆਂ ਤਾਜ਼ਾ ਅਪਡੇਟਸ ਤੁਹਾਨੂੰ ਦੱਸ ਦਿੰਨੇ ਹਾਂ ਕਿ ਲੰਘੀ ਰਾਤ ਤੇ ਲੰਘੇ ਦਿਨ ਕੀ ਵਾਪਰਿਆ। ਅੱਜ यूक्रेन ਤੇ रूस ਦੇ ਹਮਲੇ ਦਾ ਤੀਜਾ ਦਿਨ ਹੈ। ਰਾਜਧਾਨੀ ਕੀਵ ਦੇ ਵਿੱਚ ਤਣਾਅ ਸੰਘਰਸ਼ ਅਤੇ ਮਿਜ਼ਾਈਲ ਹਮਲੇ ਕੀਤੇ ਗਏ ਨੇ। यूक्रेन ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਕਈ ਵੀਡੀਓ ਸੁਨੇਹੇ ਜਾਰੀ ਕੀਤੇ ਨੇ ਤੇ ਹਿੱਕ ਡਾ ਕੇ ਕਿਹਾ ਹੈ ਕਿ ਹਥਿਆਰ ਨਹੀਂ ਸੁੱਟਾਂਗੇ। यूक्रेन ਦੇ ਰੱਖਿਆ ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਤੱਕ ਇਸ ਲੜਾਈ ਦੇ ਵਿੱਚ 3500 ਰੂਸੀ ਫੌਜੀਆਂ ਦੀ ਮੌਤ ਹੋ ਚੁੱਕੀ ਹੈ। ਤੇ यूक्रेन ने कौमांतरी रैड क्रॉस जथेबंदी ਨੂੰ अपील की है कि हमले दौरान ਹੁਣ तक मारे गए हज़ारां रूसियां ਦੀਆਂ ਲਾਸ਼ਾਂ ਨੂੰ ਹਟਾਏ ਅਤੇ रूस ਨੂੰ सौंप देवे। यूक्रेन ਦੀ ਉਪ ਪ੍ਰਧਾਨ ਮੰਤਰੀ ਇਰਿਨਾ ਨੇ ਟੀਵੀ ਤੇ ਇੱਕ ਬਰੀਫਿੰਗ ਦੇ ਦੌਰਾਨ ਕਿਹਾ ਕਿ यूक्रेन ਦੇ ਵਿੱਚ ਹਜ਼ਾਰਾਂ ਹਮਲਾਵਰਾਂ ਦੀਆਂ ਲਾਸ਼ਾਂ ਪਈਆਂ ਨੇ। ਇਹਨਾਂ ਨੂੰ ਹਟਾਉਣਾ ਜ਼ਰੂਰੀ ਹੈ, ਇਹ ਮਨੁੱਖੀ ਲੋੜ ਹੈ। ਤੇ ਇਹਨਾਂ ਸਾਰੇ ਹਾਲਾਤਾਂ ਦੇ ਦਰਮਿਆਨ ਇੱਕ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਤੇ ਰੂਸ ਦਾ ਹਮਲਾ ਬੇਹੱਦ ਧੀਮੀ ਗਤੀ ਦੇ ਨਾਲ ਹੋਇਆ ਹੈ, ਜਿਸ ਕਾਰਨ ਰੂਸ ਦੇ ਕਮਾਂਡਰਾਂ ਦੇ ਵਿੱਚ ਨਿਰਾਸ਼ਾ ਫੈਲਦੀ ਜਾ ਰਹੀ ਹੈ। ਇਸੇ ਦਰਮਿਆਨ ਵੱਖ-ਵੱਖ ਵੀਡੀਓਜ਼ ਨੇ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਫੈਲੀਆਂ ਹੋਈਆਂ ਨੇ। ਰਸ਼ੀਅਨ ਫੌਜ ਹੈ ਜਿਹੜੀ ਉਹਦੇ ਕੋਲੇ ਤੇਲ, ਭੋਜਨ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਦੀ ਕਮੀ ਪੈਣੀ ਸ਼ੁਰੂ ਹੋ ਵੀ ਗਈ ਹੈ ਤੇ ਜਿਹੜੇ ਫੌਜੀ ਸ਼ਹੀਦ ਹੋ ਰਹੇ ਨੇ, ਮਾਰੇ ਜਾ ਚੁੱਕੇ ਨੇ, ਦੋਨਾਂ ਮੁਲਕਾਂ ਦੇ ਫੌਜੀ ਮਾਰੇ ਜਾ ਚੁੱਕੇ ਨੇ। ਅਸੀਂ ਪਛਾਣ ਨਹੀਂ ਕਰ ਸਕਦੇ ਕਿ ਕਿਹੜਾ ਫੌਜੀ ਕਿਹੜੇ ਮੁਲਕ ਦਾ ਹੈ। ਸੋ ਅਜਿਹੀਆਂ ਵੀਡੀਓਜ਼ ਜਿਹੜੀਆਂ ਕਾਫੀ ਪਰੇਸ਼ਾਨ ਕਰਨ ਵਾਲੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਜਰਮਨੀ ਨੇ ਯੂਕਰੇਨ ਨੂੰ ਹਥਿਆਰ ਭੇਜਣ ਦਾ ਐਲਾਨ ਕਰ ਦਿੱਤਾ ਹੈ। ਜਰਮਨੀ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਐਂਟੀ ਟੈਂਕ ਹਥਿਆਰ ਯੂਕਰੇਨ ਨੂੰ ਛੇਤੀ ਭੇਜੇਗਾ। ਉਧਰ ਰੂਸ ਨੇ ਯੂਕਰੇਨ ਤੇ ਹਮਲਾ ਤੇਜ਼ ਕਰਨ ਦੇ ਹੁਕਮ ਵੀ ਦੇ ਦਿੱਤੇ ਨੇ। ਯੂਕਰੇਨ ਨੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰੂਸ ਨੇ ਗੱਲਬਾਤ ਕਰਨ ਦੇ ਲਈ ਵੱਡੀਆਂ ਸ਼ਰਤਾਂ ਰੱਖ ਦਿੱਤੀਆਂ ਸੀ। ਜ਼ੈਲੈਂਸਕੀ ਨੇ ਪੱਛਮੀ ਮੁਲਕਾਂ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ ਹੈ। ਅਮਰੀਕਾ ਨੇ ਵੀ ਕਿਹਾ ਸੀ ਕਿ ਜ਼ੈਲੈਂਸਕੀ ਨੂੰ ਅਸੀਂ ਬਾਹਰ ਕੱਢ ਲਿਆਉਂਦੇ ਹਾਂ, ਪਰ ਜ਼ੈਲੈਂਸਕੀ ਨੇ ਹਿੱਕ ਠੋਕ ਕੇ ਕਿਹਾ ਸੀ ਕਿ ਮੈਂ ਲੜਨਾ ਹੈ, ਮੈਨੂੰ ਹਥਿਆਰ ਚਾਹੀਦੇ ਨੇ, ਮੈਨੂੰ ਬਾਹਰ ਭੱਜਣ ਦਾ ਰਾਹ ਨਾ ਦਿਖਾਓ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿੱਚ ਨਿੰਦਾ ਮਤਾ ਪੇਸ਼ ਕੀਤਾ ਗਿਆ ਸੀ, ਪਰ ਰੂਸ ਨੇ ਵੀਟੋ ਕਰਕੇ ਇਸ ਮਤੇ ਨੂੰ ਪਾਸ ਹੋਣ ਤੋਂ ਰੋਕ ਦਿੱਤਾ। ਭਾਰਤ ਨੇ ਇਸ ਦੇ ਲਈ ਵੋਟਿੰਗ ਹੀ ਨਹੀਂ ਕੀਤੀ। ਭਾਰਤ, ਚੀਨ ਅਤੇ UAE ਕਿਉਂ ਚੁੱਪ ਰਹੇ, ਗੈਰ ਹਾਜ਼ਰ ਰਹੇ ਵੋਟਿੰਗ ਦਰਮਿਆਨ? ਇਹ ਵੱਡਾ ਸਵਾਲ ਹੈ। ਤੇ ਯੂਕਰੇਨ ਦੇ ਵਿੱਚ ਹਾਲੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਉੱਥੇ ਫਸੇ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ। ਚੰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਯੂਕਰੇਨ ਦੇ ਵਿੱਚ ਫਸੇ ਸਾਰੇ ਪੰਜਾਬੀਆਂ ਨੂੰ ਲੈ ਕੇ ਚਿੰਤਤ ਹੈ ਅਤੇ ਉਹਨਾਂ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਪਹਿਲਾਂ ਚਿੱਠੀ ਵੀ ਲਿਖੀ ਹੈ ਤੇ ਹੁਣ ਪ੍ਰਧਾਨ ਮੰਤਰੀ ਨੂੰ ਫੋਨ ਤੇ ਅਪੀਲ ਕੀਤੀ ਹੈ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਕੁਛ ਨਾ ਕੁਛ ਕਾਰਵਾਈ ਅਮਲ ਦੇ ਵਿੱਚ ਲਿਆਉਣਗੇ। ਤੇ ਇਸੇ ਦਰਮਿਆਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਯੂਕਰੇਨ ਦੇ ਵਿੱਚ ਫਸੇ 1895 ਵਿਅਕਤੀਆਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ। ਪਾਸਪੋਰਟ ਤੇ ਫੋਨ ਨੰਬਰ ਪਹੁੰਚ ਚੁੱਕੇ ਨੇ। ਸਾਰਾ ਡੇਟਾ ਕਹਿੰਦੇ ਅਸੀਂ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤਾ ਹੈ ਤੇ ਵਿਦੇਸ਼ ਮੰਤਰਾਲੇ ਨੇ ਵੀ ਭਰੋਸਾ ਦਿਵਾਇਆ ਹੈ ਕਿ ਹੰਗਰੀ ਤੇ ਰੋਮਾਨੀਆ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਮੁਲਕ ਵਾਪਸ ਪਰਤਣ ਦੀ ਜਿਹੜੀ ਪੂਰੀ ਉਹਨਾਂ ਦੀ ਆਸ ਹੈ ਉਹ ਪੂਰੀ ਕੀਤੀ ਜਾਏਗੀ। ਸਾਡੀ ਜਾਣਕਾਰੀ ਮੁਤਾਬਿਕ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇੱਕ ਖਰਕੀਵ ਸ਼ਹਿਰ ਹੈ, ਉੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਫਸੇ ਹੋਏ ਨੇ। ਯੂਕਰੇਨ ਤੋਂ ਜਿਹੜੇ ਪਰਤ ਕੇ ਆ ਰਹੇ ਨੇ ਉਹ ਆਪੋ ਆਪਣੀਆਂ ਹੱਡ ਬੀਤੀਆਂ ਸੁਣਾ ਰਹੇ ਨੇ ਕਿ ਕਿਵੇਂ ਜਿਹੜੇ ਲੋੜੀਂਦੀਆਂ ਚੀਜ਼ਾਂ ਨੇ ਉਹ ਹਾਸਲ ਕਰਨ ਦੇ ਵਿੱਚ ਵੀ ਲੋਕ ਹੁਣ ਅਸਮਰੱਥ ਨੇ। ਮੈਟਰੋ ਸਟੇਸ਼ਨਾਂ ਤੇ ਹੋਸਟਲਾਂ ਦੀਆਂ ਬੇਸਮੈਂਟਾਂ ਦੇ ਵਿੱਚ ਲੁੱਕ ਕੇ ਇਕੱਠੇ ਹੋ ਕੇ ਸਾਰੇ ਗੁਜ਼ਾਰਾ ਕਰ ਰਹੇ ਨੇ।
ਸੋ ਉੱਥੇ ਫਸੇ ਹੋਏ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਮਾਪਿਆਂ ਦੀ ਇੱਧਰ ਹਾਲਤ ਖਰਾਬ ਹੋ ਰਹੀ ਹੈ ਤੇ ਭਾਰਤ ਸਰਕਾਰ ਨੂੰ ਲਗਾਤਾਰ ਅਪੀਲ ਕਰ ਰਹੇ ਨੇ। ਤੇ ਉਧਰ ਭਾਰਤੀ ਅੰਬੈਸੀ ਨੇ ਯੂਕਰੇਨ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ। ਭਾਰਤੀ ਅੰਬੈਸੀ ਦੇ ਵਿੱਚ 500 ਦੇ ਕਰੀਬ ਵਿਦਿਆਰਥੀਆਂ ਨੇ ਪਨਾਹ ਲਈ ਹੈ, ਉੱਥੇ ਮੌਜੂਦ ਨੇ। ਹਾਲਾਂਕਿ ਉੱਥੇ ਉਹਨਾਂ ਨੂੰ ਇੱਕ ਵਕਤ ਦਾ ਖਾਣਾ ਹੀ ਮਿਲ ਰਿਹਾ ਹੈ। ਇਸ ਚਿੱਠੀ ਦੇ ਵਿੱਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੇ ਲਿਖਿਆ ਹੈ ਯੂਕਰੇਨ ਸਰਕਾਰ ਨੂੰ ਕਿ ਜਿਹੜੇ ਭਾਰਤੀ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਦੇ ਲਈ ਆਏ ਹੋਏ ਨੇ ਉਹ ਬਾਰਡਰਾਂ ਤੇ ਜਾਣਾ ਚਾਹੁੰਦੇ ਨੇ, ਉਹਨਾਂ ਦੀ ਜਿਹੜੀ ਸੜਕੀ ਸੁਰੱਖਿਆ ਹੈ ਉਹ ਸੁਰੱਖਿਅਤ ਬਣਾਈ ਜਾਵੇ। ਸੋ ਯੂਕਰੇਨ ਰੂਸ ਜੰਗ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਅਪਡੇਟਸ ਅੱਗੇ ਖਬਰਾਂ ਦੇ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਹੁਣ ਮੌਸਮ ਦੀ ਗੱਲ ਕਰ ਲੈਂਦੇ ਹਾਂ। ਪੰਜਾਬ ਹਰਿਆਣਾ ਦੇ ਵਿੱਚ ਮੀਂਹ ਤਾਂ ਕਈ ਥਾਈਂ ਪਿਆ ਪਰ ਗੜੇ ਵੀ ਪਏ ਨੇ ਤੇ ਇਸ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਫੇਰ ਸੂਤ ਦਿੱਤੇ ਨੇ। ਮੌਸਮ ਦੇ ਵਿੱਚ ਜਦੋਂ ਵੀ ਤਬਦੀਲੀ ਆਉਂਦੀ ਹੈ ਤਾਂ ਇਸ ਦਾ ਜ਼ਿਆਦਾਤਰ ਅਸਰ ਹੈ ਜਿਹੜਾ ਉਹ ਫਸਲਾਂ ਤੇ ਹੀ ਪੈਂਦਾ ਹੈ, ਕਿਸਾਨਾਂ ਤੇ ਹੀ ਪੈਂਦਾ ਹੈ। ਕਦੇ ਇਹ ਨੈਗੇਟਿਵ ਪ੍ਰਭਾਵ ਪੈਂਦਾ ਹੈ ਬਰਬਾਦੀ ਵਾਲਾ ਤੇ ਕਦੇ ਫਸਲਾਂ ਦੇ ਵਾਧੇ ਵਾਲਾ ਵਾਲਾ ਵੀ ਹੁੰਦਾ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਕੱਲ ਗੜੇ ਪੈਣ ਤੇ ਮੋਹਲੇ ਧਾਰ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ। ਪੰਜਾਬ ਤੇ ਹਰਿਆਣਾ ਸਮੇਤ ਚੰਡੀਗੜ੍ਹ ਸੂਬਿਆਂ ਦਾ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ 27-28 ਫਰਵਰੀ ਤੇ 1 ਮਾਰਚ ਨੂੰ ਮੌਸਮ ਸਾਫ਼ ਰਹੂਗਾ, ਜਦਕਿ 2 ਮਾਰਚ ਨੂੰ ਦੋਵੇਂ ਸੂਬਿਆਂ ਦੇ ਕੁਝ ਇਲਾਕਿਆਂ ਦੇ ਵਿੱਚ ਫਿਰ ਤੋਂ ਮੀਂਹ ਪੈ ਸਕਦਾ ਹੈ। ਮੈਦਾਨੀ ਇਲਾਕਿਆਂ ਦੇ ਵਿੱਚ ਜਿੱਥੇ ਮੀਂਹ ਪੈ ਰਿਹਾ ਉੱਥੇ ਪਹਾੜੀ ਇਲਾਕਿਆਂ ਸ਼ਿਮਲਾ ਦੇ ਨਾਲ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋ ਰਹੀ ਹੈ। ਤੇ ਪੰਜਾਬ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ। BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਸ ਫੈਸਲੇ ਦਾ ਵਿਰੋਧ ਕਰਨ ਲੱਗੀਆਂ ਨੇ। ਪਰ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ BSF ਦਾ ਦਾਇਰਾ ਵੀ ਵਧਾ ਦਿੱਤਾ ਗਿਆ। ਰੌਲਾ ਰੱਪਾ ਪਾ ਕੇ ਸਿਆਸੀ ਲੀਡਰ ਬਹਿ ਗਏ ਪਰ ਬਣਿਆ ਕੁਛ ਨਹੀਂ। ਤੇ ਯੂਕਰੇਨ ਰੂਸ ਜੰਗ ਦੇ ਨਾਲ ਜੁੜੀ ਇੱਕ ਹੋਰ ਖਬਰ ਦੱਸ ਦਿੰਦੇ ਹਾਂ ਕਿ ਯੁੱਧ ਦਾ ਅਸਰ ਹੈ ਜਿਹੜਾ ਉਹ ਦੁਨੀਆ ਦੇ ਵਿੱਚ ਕਿਵੇਂ ਪੈ ਰਿਹਾ ਹੈ। ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਡੀਜ਼ਲ ਖਰੀਦਣ ਦੇ ਲਈ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਲੱਗ ਗਈਆਂ ਨੇ। ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਤੇਲ ਕੀਮਤਾਂ ਦੇ ਵਿੱਚ ਵਾਧੇ ਦਾ ਖਦਸ਼ਾ ਬਣਿਆ ਹੋਇਆ। ਹਾਲਾਂਕਿ ਰਿਫਾਈਨਡ ਦੇ ਭਾਅ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਵੱਧ ਗਏ ਨੇ। ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕਿਸਾਨਾਂ ਨੇ ਪੈਟਰੋਲ ਪੰਪਾਂ ਤੇ ਜਾ ਕੇ ਵੱਡੀਆਂ ਟੈਂਕੀਆਂ ਨੇ ਜਿਹੜੀਆਂ ਉਹ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸ਼ਨੀਚਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਦੀਆਂ ਸੜਕਾਂ ਤੇ ਆਮੋ ਸਾਹਮਣੇ ਦੀ ਜੰਗ ਸ਼ੁਰੂ ਹੋ ਗਈ। ਸੈਂਕੜੇ ਧਮਾਕਿਆਂ ਦੀ ਖਬਰ ਮਿਲੀ। ਯੂਕਰੇਨ ਦੀ ਖਬਰ ਏਜੰਸੀ ਇੰਟਰਫੈਕਸ ਨੇ ਕੀਵ ਦੇ ਪ੍ਰਸ਼ਾਸਨ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੱਤੀ। ਇਸ ਦਰਮਿਆਨ ਕੀਵ ਦੇ ਨਾਗਰਿਕਾਂ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਉਹ ਬੰਕਰਾਂ ਦੇ ਵਿੱਚ ਰਹਿਣ, ਬਾਰੀਆਂ ਤੇ ਬਾਲਕਨੀਆਂ ਦੇ ਕੋਲ ਨਾ ਜਾਣ, ਜ਼ਮੀਨਦੋਜ਼ ਇਲਾਕਿਆਂ ਦੇ ਵਿੱਚ ਜਾਣ। ਜਿਸ ਤੋਂ ਬਾਅਦ ਲੋਕ ਜ਼ਿਆਦਾਤਰ ਮੈਟਰੋ ਸਟੇਸ਼ਨ ਜਿਹੜੇ ਅੰਡਰਗਰਾਉਂਡ ਮੈਟਰੋ ਸਟੇਸ਼ਨ ਬਣੇ ਹੋਏ ਨੇ ਉਹਨਾਂ ਦੇ ਵਿੱਚ ਚਲੇ ਗਏ ਨੇ। ਸ਼ੁੱਕਰਵਾਰ ਦੀ ਰਾਤ ਨੂੰ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਚੇਤਾਵਨੀ ਦਿੱਤੀ ਸੀ ਕਿ ਕੀਵ ਤੇ ਰੂਸ ਦਾ ਵੱਡਾ ਹਮਲਾ ਹੋਣ ਵਾਲਾ ਹੈ। ਕੀਵ ਦੇ ਲਈ ਇਹ ਦਿਨ ਤੇ ਰਾਤ ਬਹੁਤ ਭਾਰੀ ਰਹੇਗਾ ਪਰ ਅਸੀਂ ਹਮਲੇ ਦੇ ਲਈ ਤਿਆਰ ਹਾਂ। ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਤਬਾਹੀ ਦੇ ਮੰਜ਼ਰ ਨੂੰ ਰੋਕਣ ਲਈ ਆਮ ਨਾਗਰਿਕਾਂ ਨੇ ਵੀ ਹਥਿਆਰ ਚੁੱਕ ਲਏ ਨੇ। ਰਾਜਧਾਨੀ ਵਿੱਚ ਹਥਿਆਰਾਂ ਦੀਆਂ ਦੁਕਾਨਾਂ ਵਿੱਚ ਬੰਦੂਕਾਂ ਤੇ ਹੋਰ ਹਥਿਆਰ ਲਗਭਗ ਖਤਮ ਹੋ ਗਏ ਅਤੇ ਰਾਸ਼ਟਰਪਤੀ ਨੇ ਬਾਕੀ ਮੁਲਕਾਂ ਤੋਂ ਹਥਿਆਰ ਮੰਗੇ ਨੇ। ਲੋਕ ਆਪਣੇ ਘਰਾਂ ਨੂੰ ਬਚਾਉਣ ਦੇ ਲਈ ਇੱਥੇ ਜਾਨ ਦੀ ਬਾਜ਼ੀ ਲਾਉਣ ਨੂੰ ਪੂਰੇ ਕਾਲੇ ਹੋਏ ਬੈਠੇ ਨੇ। ਯੂਕਰੇਨ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਰੂਸੀ ਹਮਲੇ ਵਿੱਚ 198 ਲੋਕ ਮਾਰੇ ਗਏ ਨੇ, 1000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਸਿਹਤ ਮੰਤਰੀ ਵਿਕਟਰ ਲਾਇਸ਼ਕੋ ਨੇ ਸ਼ਨੀਚਰਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੇ ਵਿੱਚ 3 ਬੱਚੇ ਵੀ ਸ਼ਾਮਿਲ ਨੇ। ਹਾਲਾਂਕਿ ਯੂਕਰੇਨ ਦੇ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ, ਫੌਜੀਆਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ, ਪਰ ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫੌਜ ਨੇ ਪੱਛਮ ਦੇ ਵੱਲ ਇੱਕ ਰਾਹ ਤੇ ਹੋ ਰਹੇ ਹਮਲੇ ਨੂੰ ਅਸਫਲ ਕਰ ਦਿੱਤਾ ਹੈ। ਯੂਕਰੇਨ ਦੀ ਫੌਜ ਨੇ ਦੱਸਿਆ ਕਿ ਹਮਲੇ ਦੇ ਵਿੱਚ ਸ਼ਾਮਿਲ ਰੂਸ ਦੇ 3500 ਫੌਜੀ ਅਸੀਂ ਮਾਰ ਮੁਕਾਏ ਨੇ, 200 ਨੂੰ ਬੰਦੀ ਵੀ ਬਣਾ ਲਿਆ ਹੈ। ਫੌਜ ਨੇ ਆਪਣੇ ਫੇਸਬੁੱਕ ਪੇਜ ਤੇ ਜਾਣਕਾਰੀ ਦਿੱਤੀ ਹੈ ਕਿ ਰੂਸ ਹੁਣ ਤੱਕ 14 에ਅਰਕ੍ਰਾਫਟ, 8 ਹੈਲੀਕਾਪਟਰ ਤੇ 102 ਟੈਂਕ ਵੀ ਗਵਾ ਚੁੱਕਿਆ ਹੈ, ਜਦਕਿ ਰੂਸ ਨੇ ਅਜਿਹੀ ਕਿਸੇ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ। ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਨੇ ਦੱਸਿਆ ਕਿ ਲੰਘੀ ਰਾਤ ਭਰ ਸ਼ਹਿਰ ਦੇ ਵਿੱਚ ਹੋਈ ਲੜਾਈ ਵਿੱਚ 35 ਲੋਕ ਜ਼ਖਮੀ ਹੋ ਗਏ। ਮੇਅਰ ਵਿਤਾਲੀ ਕਿਲਤਸ਼ਕੋ ਨੇ ਕਿਹਾ ਕਿ ਜ਼ਖਮੀ ਲੋਕਾਂ ਦੇ ਵਿੱਚ 2 ਬੱਚੇ ਵੀ ਸ਼ਾਮਿਲ ਨੇ। ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਹਾਲੇ ਬਹੁਤ ਵੱਡੇ ਪੱਧਰ ਤੇ ਰੂਸੀ ਸੈਨਾ ਮੌਜੂਦ ਨਹੀਂ ਹੈ, ਫੌਜ ਮੌਜੂਦ ਨਹੀਂ ਹੈ। ਤੋੜ-ਫੋੜ ਕਰਨ ਵਾਲੇ ਰੂਸੀ ਗੁੱਟ ਨੇ ਜਿਹੜੇ ਉਹ ਕਾਫੀ ਐਕਟਿਵ ਹੋ ਰੱਖੇ ਨੇ।
ਯੂਕਰੇਨ ਦੀ ਰਾਜਧਾਨੀ ਕੀਵ ਦੇ ਦੱਖਣ ਪੱਛਮ ਦੇ ਵਿੱਚ ਸ਼ਨੀਚਰਵਾਰ ਸਵੇਰੇ 2 ਮਿਜ਼ਾਈਲ ਹਮਲੇ ਹੋਣ ਦੀ ਵੀ ਖਬਰ ਮਿਲੀ। ਕੀਵ ਦੀ ਸਥਾਨਕ ਸਰਕਾਰ ਨੇ ਦੱਸਿਆ ਕਿ ਇੱਕ ਮਿਜ਼ਾਈਲ ਰਿਹਾਇਸ਼ੀ ਇਮਾਰਤ ਉੱਤੇ ਵੀ ਡੇਗੀ ਗਈ। ਰੂਸ ਦੇ ਫੌਜੀਆਂ ਨੇ ਯੂਕਰੇਨ ਦੇ ਦੱਖਣ ਵਿੱਚ ਮੈਲਟੋਪੋਲ ਨਾਮ ਦੇ ਸ਼ਹਿਰ ਤੇ ਕਬਜ਼ਾ ਕਰ ਲਿਆ। ਇਹ ਖਬਰ ਰੂਸੀ ਖਬਰ ਏਜੰਸੀ ਇੰਟਰਫੈਕਸ ਅਤੇ ਸਪੁਤਨਿਕ ਨੇ ਦੇਸ਼ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦਿੱਤੀ। ਰੂਸੀ ਫੌਜਾਂ ਦੇ ਅੱਗੇ ਵਧਣ ਕਾਰਨ ਯੂਕਰੇਨ ਦੇ ਵਿੱਚ ਇੰਟਰਨੈਟ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਖਾਸ ਤੌਰ ਤੇ ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਦੇ ਵਿੱਚ ਜਿੱਥੇ ਲੜਾਈ ਸਭ ਤੋਂ ਭਾਰੀ ਹੈ। ਤੇ ਜੰਗ ਦੀਆਂ ਇਹਨਾਂ ਖਬਰਾਂ ਦੇ ਦਰਮਿਆਨ ਪੋਲੈਂਡ ਰੂਸ ਦੇ ਵਿਰੁੱਧ ਪੁਰਸ਼ ਵਿਸ਼ਵ ਕੱਪ ਕੁਆਲੀਫਾਇਰ ਫੁੱਟਬਾਲ ਮੈਚ ਨਹੀਂ ਖੇਡੇਗਾ। ਪੋਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੇਜ਼ਰੀ ਕੁਲੇਜ਼ਾ ਨੇ ਇਹ ਜਾਣਕਾਰੀ ਦਿੱਤੀ ਹੈ। ਪੋਲਿਸ਼ ਸਟਾਰ ਫੁੱਟਬਾਲਰ ਰਾਬਰਟ ਲੇਵਾਂਡੋਵਸਕੀ ਨੇ ਕਿਹਾ ਕਿ ਇਹ ਬਿਲਕੁਲ ਸਹੀ ਫੈਸਲਾ ਹੈ। ਸੋ ਯੁੱਧ ਦੇ ਇਸ ਮਾਹੌਲ ਦੇ ਵਿੱਚ ਯੂਕਰੇਨ ਦੇ ਵਿੱਚ ਫਸੇ ਹੋਏ ਜਿਹੜੇ ਭਾਰਤੀ ਬੱਚੇ ਨੇ ਉਹਨਾਂ ਦੇ ਮਾਪੇ ਬੜੇ ਪਰੇਸ਼ਾਨ ਹੋ ਰਹੇ ਨੇ। ਪੰਜਾਬ ਦੇ ਵੀ ਤਕਰੀਬਨ ਹਰ ਸ਼ਹਿਰ ਦੇ ਵਿਦਿਆਰਥੀ ਯੂਕਰੇਨ ਦੇ ਵਿੱਚ ਪੜ੍ਹ ਰਹੇ ਨੇ। ਕਿਸੇ ਦੀ ਇਹ ਆਖਰੀ ਸਾਲ ਦੀ MBBS ਹੈ, ਕਿਸੇ ਨੇ ਹਾਲੇ ਸ਼ੁਰੂਆਤ ਕੀਤੀ ਹੈ, ਕਿਸੇ ਦੇ 2 ਸਾਲ ਮੁਕੰਮਲ ਹੋਏ ਨੇ। ਇਸੇ ਤਰ੍ਹਾਂ ਲਹਿਰਾ ਗਾਗਾ ਦੇ ਵਸਨੀਕ ਨਰਿੰਦਰ ਸਿੰਘ ਦਾ ਲੜਕਾ ਹਰਿੰਦਰ ਸਿੰਘ ਵੀ ਯੂਕਰੇਨ ਦੇ ਵਿੱਚ ਫਸਿਆ ਹੋਇਆ ਹੈ। ਚੰਡੀਗੜ੍ਹ ਦੀ ਇੱਕ ਲੜਕੀ ਦਿਲਪ੍ਰੀਤ ਕੌਰ ਵੀ ਫਸੀ ਹੋਈ ਹੈ, ਜਿਹੜੀ ਕਿ MBBS ਦੇ ਆਖਰੀ ਵਰੇ ਦੀ ਵਿਦਿਆਰਥਣ ਹੈ। ਸਿਰਫ 4 ਮਹੀਨੇ ਉਸ ਦੀ ਡਿਗਰੀ ਦੇ ਵਿੱਚ ਰਹਿ ਗਏ ਨੇ ਤੇ ਸਰਕਾਰ ਦੇ ਵੱਲੋਂ ਲਗਾਤਾਰ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵੱਲੋਂ ਦਿੱਲੀ ਦੇ ਹੈਲਪਲਾਈਨ ਨੰਬਰ ਵੀ ਤੁਹਾਨੂੰ ਅਸੀਂ ਦੱਸ ਦਿੰਨੇ ਹਾਂ 0111 230 12113। ਇਸ ਦੇ ਨਾਲ ਹੀ 0111 230 14 104 ਯੂਕਰੇਨ ਦੇ ਵਿੱਚ ਭਾਰਤੀ ਦੂਤਾਵਾਸ ਦੇ ਹੈਲਪਲਾਈਨ ਨੰਬਰ ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਇਹ ਨੰਬਰ ਨੇ ਜਿਹੜੇ ਤੁਸੀਂ ਸਕਰੀਨ ਦੇ ਉੱਤੇ ਨੋਟ ਕਰ ਸਕਦੇ ਹੋ 380 997 3000428। ਇਸੇ ਤਰ੍ਹਾਂ ਅਗਲਾ ਜਿਹੜਾ ਨੰਬਰ ਹੈ 380 997 3000483। ਇਹ 2 ਨੰਬਰ ਉਹ ਨੇ ਜਿਹੜੇ ਭਾਰਤੀ ਦੂਤਾਵਾਸ ਦੇ ਯੂਕਰੇਨ ਦੇ ਵਿੱਚ ਨੇ ਤੇ ਬਾਕੀ 2 ਨੰਬਰ ਦਿੱਲੀ ਦੇ ਹੈਲਪਲਾਈਨ ਨੰਬਰ ਨੇ। ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਲੋਕ ਜਿੱਥੇ ਘਰਾਂ ਤੋਂ ਬਾਹਰ ਨਿਕਲਣ ਲੱਗੇ ਵੀ ਡਰ ਰਹੇ ਨੇ। ਹਾਲਾਂਕਿ ਕੁਝ ਮੈਦਾਨ ਦੇ ਵਿੱਚ ਵੀ ਨਿਤਰੇ ਹੋਏ ਨੇ। ਉੱਥੇ ਹੀ ਖਾਲਸਾ ਏਡ ਵਰਗੀਆਂ ਸੰਸਥਾਵਾਂ ਨੇ ਯੂਕਰੇਨ ਤੋਂ ਲਿਵੀਵ ਜਾ ਰਹੀ ਟ੍ਰੇਨ ਦੇ ਵਿੱਚ ਗੁਰੂ ਕਾ ਲੰਗਰ ਵਰਤਾਇਆ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਦੱਸਿਆ ਕਿ ਯੂਕਰੇਨ ਦੇ ਵਿੱਚ ਭਾਈ ਹਰਦੀਪ ਸਿੰਘ ਨੇ ਜਿਹੜੇ ਉਹਨਾਂ ਕੋਲ ਜਿੰਨਾ ਵੀ ਆਟਾ, ਦਾਲ, ਸਬਜ਼ੀਆਂ ਤੇ ਹੋਰ ਖਾਣ ਪੀਣ ਵਾਲਾ ਸਮਾਨ ਪਿਆ ਹੋਇਆ ਉਸ ਨੂੰ ਪਕਾ ਕੇ ਉਹ ਟ੍ਰੇਨ ਦੇ ਵਿੱਚ ਨਾਲ ਲੈ ਗਏ। ਉਹਨਾਂ ਨੇ ਟ੍ਰੇਨ ਦੇ ਵਿੱਚ ਗੁਰੂ ਕਾ ਲੰਗਰ ਵਰਤਾਉਣਾ ਸ਼ੁਰੂ ਕੀਤਾ। ਇਸ ਟ੍ਰੇਨ ਦੇ ਵਿੱਚ ਪੰਜਾਬੀ, ਸਿੱਖ, ਹਿੰਦੂ, ਪਾਕਿਸਤਾਨੀ ਤੇ ਹੋਰ ਵਰਗਾਂ ਦੇ ਲੋਕ ਵੀ ਮੌਜੂਦ ਸਨ। ਉਹਨੂੰ ਫੜਾ ਗਿਆ ਅੱਗੇ ਹੋਰ ਰੋਟੀ ਭੇਜ ਦੇ ਤੇ ਸਬਜ਼ੀ ਰੱਖ, ਥੋੜਾ ਜਿਹਾ ਦਾਣਾ ਰੱਖ। ਆ ਉਹਨੂੰ ਅੱਗੇ ਮੁੰਡੇ ਨੂੰ ਸਮਝਾ ਦੇ, ਦਾਣਾ ਰੱਖੋ ਸਬਜ਼ੀ ਦੇ ਉੱਤੇ ਥੋੜਾ ਜਿਹਾ। ਇਹ ਫੜੀ ਜ਼ਰਾ ਮੈਂ ਮੁੰਡੇ ਨੂੰ ਦੇ। ਸੋ ਜੇ ਕੋਈ ਜਿੱਦਾਂ ਵੀ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਆ, ਅਸੀਂ ਪਹਿਲਾਂ ਵੀ ਅਪਲੋਡ ਕੀਤਾ ਸੀ ਪਿਛਲੇ 2-3 ਪੋਸਟ ਦੇ ਵਿੱਚ ਆਪਣਾ ਮੋਬਾਈਲ ਨੰਬਰ ਜਿਹੜੀ ਅਪੀਲ ਕੀਤੀ ਸੀ ਕਿ ਜੇ ਕੋਈ ਹੈਗਾ ਆ ਲਵੀਵ ਸਿਟੀ ਵਿੱਚ ਤੁਸੀਂ ਜਾ ਕੇ 1-2 ਪੋਸਟ ਛੱਡ ਕੇ ਦੇਖ ਸਕਦੇ, ਸਾਡਾ ਮੋਬਾਈਲ ਨੰਬਰ ਉੱਥੇ ਮੈਸੇਜ ਕਰ ਸਕਦੇ ਆ। ਸੋ ਕੰਮ ਕਾਫੀ ਬਿਜ਼ੀ ਆ, ਅਸੀਂ ਵੀ ਕਾਫੀ ਦੇਖ ਰਹੇ ਵੀ ਕਿੱਦਾਂ ਕਰ ਸਕਦੇ ਹਾਂ, ਪਰ ਹੁਣ ਮਾੜਾ ਜਿਹਾ ਔਖਾ ਸਮਾਂ ਕਰਕੇ ਕੰਮ ਵੀ ਔਖਾ ਆ। ਪਰ ਸਾਡੀਆਂ ਟੀਮਾਂ ਹੁਣ ਭਈ ਜਿਹੜੇ ਖਾਲਸੇ ਨੂੰ ਸਪੋਰਟ ਕਰਦੇ, ਪਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਅਸੀਂ ਕੋਈ ਅਪੀਲ ਨਹੀਂ ਕਰ ਰਹੇ ਇਸ ਵੇਲੇ, ਕਿਉਂਕਿ ਅਸੀਂ ਦੇਖ ਰਹੇ ਕਿ ਪਹਿਲਾਂ ਅਸੀਂ ਕੀ ਕਰਨਾ। ਸੋ ਤੁਸੀਂ ਪਲੀਜ਼ ਕੋਈ ਫੰਡ ਰੇਜ਼ਿੰਗ ਨਹੀਂ ਕਰਨੀ ਕਿ ਸਾਡੇ ਨਾਂ ਤੇ, ਤਾਂ ਅਸੀਂ ਕਰ ਰਹੇ ਹਾਂ। ਇਹ ਬਿਲਕੁਲ ਤੁਹਾਡੀ ਇਨਫੋਰਮੇਸ਼ਨ ਦੀ ਅਸੀਂ ਪੋਸਟ ਪਾਇਆ। ਖਾਲਸਾ ਏਡ ਦੇ ਨਾਲ ਯੂਨਾਈਟਿਡ ਸਿੱਖਸ ਜਥੇਬੰਦੀ ਵੀ ਆਪਣੇ ਪੱਧਰ ਤੇ ਉੱਥੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੀ ਗੱਲਬਾਤ ਯੂਕਰੇਨ ਦੇ ਖਾਰਕਿਵ ਸ਼ਹਿਰ ਦੇ ਵਿੱਚ MBBS ਦੀ ਪੜ੍ਹਾਈ ਕਰ ਰਹੀ ਦਿਲਪ੍ਰੀਤ ਕੌਰ ਦੇ ਨਾਲ ਹੋਈ, ਜਿਸ ਨੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਤੇ ਇਹੀ ਅਪੀਲ ਕੀਤੀ ਹੈ ਕਿ ਸਾਨੂੰ ਇੱਥੋਂ ਛੇਤੀ ਤੋਂ ਛੇਤੀ ਸੁਰੱਖਿਅਤ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਜਾਵੇ। ਭਾਰਤ ਸਰਕਾਰ ਨੂੰ ਅਪੀਲ ਕਰ ਰਹੀ ਹੈ ਤੇ ਨਾਲ ਹੀ ਦਿਲਪ੍ਰੀਤ ਨੇ ਇਹ ਵੀ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਨੇ ਕਿਸ ਹੌਸਲੇ ਦੇ ਨਾਲ ਜੰਗ ਹੈ ਜਿਹੜੀ ਉਹ ਲੜ ਰਹੇ ਨੇ ਪਿੱਠ ਦਿਖਾਏ ਤੋਂ ਬਿਨਾਂ। ਨਈ ਗਾਈਡਲਾਈਨਸ ਮਿਲੀ ਹੈ ਕਿ ਜਦੋਂ ਵੀ ਏਦਾਂ ਫਾਇਰਿੰਗ ਵਗੈਰਾ ਹੋਏ ਤੇ ਜਾਂ ਤੇ ਤੁਹਾਡੀ ਬਿਲਡਿੰਗ ਦੇ ਨੀਚੇ ਕੋਈ ਬੰਕਰ, ਨੀਅਰ ਬਾਈ ਬੰਕਰ ਹੋਏ, ਉੱਥੇ ਨੀਚੇ ਚਲੇ ਜਾਓ, ਜਾਂ ਨਹੀਂ ਹੈਗਾ ਤਾਂ ਮੈਟਰੋ ਵਿੱਚ ਆ ਜਾਓ। ਉਹ ਵੀ ਕਿਉਂਕਿ ਅੰਡਰਗਰਾਉਂਡ ਸਬਵੇ ਹੁੰਦਾ ਤੇ ਸੇਫ ਹੁੰਦਾ ਹੈ, ਜਦੋਂ ਫਾਇਰਿੰਗ ਵਗੈਰਾ ਹੁੰਦੀ ਹੈ ਤੇ ਕੋਈ ਨੁਕਸਾਨ ਨਹੀਂ ਪਹੁੰਚਦਾ। ਇੱਥੇ ਸੇਫੈਸਟ ਪਲੇਸ ਹੈ ਤੇ ਇਸ ਕਰਕੇ ਜਿਨ੍ਹਾਂ ਨੂੰ ਬੰਕਰ ਵਿੱਚ ਪਲੇਸ ਨਹੀਂ ਮਿਲਦੀ ਤਾਂ ਇੱਥੇ ਮੈਟਰੋ ਵਿੱਚ ਨੀਚੇ ਆ ਜਾਂਦੇ। ਕੈਜੁਅਲਿਟੀਜ਼ ਤਾਂ ਹਜੇ ਬਹੁਤ ਸਾਰੀ ਹੋਈ ਹੈ, ਹਰ ਸਿਟੀ ਦੀ ਅਲੱਗ-ਅਲੱਗ ਕੰਡੀਸ਼ਨ ਹੈ। ਕਾਫੀ ਕੁਝ ਡਿਸਟਰੋਏ ਕਰ ਦਿੱਤਾ ਇਹਨਾਂ ਨੇ, ਬਿਲਡਿੰਗਸ ਵਗੈਰਾ, ਕਾਫੀ ਚੀਜ਼ਾਂ, ਮਤਲਬ ਇਹਨਾਂ ਨੇ ਫਾਇਰਿੰਗ ਕਰਕੇ ਬਹੁਤ ਕੁਝ ਖਰਾਬ ਕਰ ਦਿੱਤਾ ਹੋਇਆ ਹੈ। ਹਜੇ ਤਾਂ ਜਦੋਂ ਯੁੱਧ ਓਵਰ ਹੋਏਗਾ, ਵਾਰ ਓਵਰ ਹੋਏਗੀ ਤੇ ਸਾਨੂੰ ਪ੍ਰੋਪਰ ਡਾਟਾਸ ਪਤਾ ਚੱਲਣਗੇ। ਫਿਲਹਾਲ ਤਾਂ ਅਸੀਂ ਖੁਦ ਵੀ
ਫਸੇ ਹੋਏ ਆ ਤੇ ਉਹਨਾਂ ਦੀ ਚਿੰਤਾ ਹੈ ਜਾਣ ਦੀ। ਸਭ ਤੋਂ ਪਹਿਲਾਂ ਹੈ ਕਿ ਕਿਸੇ ਵੀ ਤਰੀਕੇ ਨਾਲ ਇੱਥੋਂ ਬਾਹਰ ਨਿਕਲਣਾ ਹੈ ਔਰ ਉਸ ਤੋਂ ਬਾਅਦ ਫਿਰ ਸਾਡੀ ਸਟੱਡੀਜ਼ ਦੀਆਂ ਕਲਾਸਿਸ ਆਲਰੇਡੀ ਆਨਲਾਈਨ ਹੋ ਗਈਆਂ ਸੀ ਯੂਨੀਵਰਸਿਟੀ ਦੀ। ਯੂਨਾਈਟਿਡ ਸਿੱਖਸ ਜਥੇਬੰਦੀ ਦੀ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਮਨਜਿੰਦਰਪਾਲ ਕੌਰ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਕੀ ਹਾਲਾਤ ਨੇ ਅਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਥੇਬੰਦੀ ਉੱਥੇ ਲੋਕਾਂ ਦੀ ਮਦਦ ਕਰ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜਿੰਦਰਪਾਲ ਕੌਰ ਜੀ, ਅਸੀਂ ਜਾਣਨਾ ਚਾਹੁੰਦੇ ਸੀ, ਖਾਲਸ ਟੀਵੀ ਤੋਂ ਬੋਲ ਰਹੇ ਹਾਂ ਕਿ ਯੂਨਾਈਟਿਡ ਸਿੱਖਸ ਜਥੇਬੰਦੀ ਉੱਥੇ ਲੋਕਾਂ ਦੀ ਮਦਦ ਕਰਨ ਦੇ ਲਈ ਕੀ ਕੁਝ ਕਰ ਰਹੀ ਹੈ ਯੂਕਰੇਨ ਦੇ ਵਿੱਚ? ਹਾਂਜੀ, ਜਿਸ ਤਰ੍ਹਾਂ ਅਸੀਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਮਾਹੌਲ ਉੱਥੇ ਬਦਲਦੇ ਜਾ ਰਹੇ ਨੇ ਤੇ ਖਾਸ ਕਰਕੇ ਅਸੀਂ ਕੰਮ ਕਰ ਰਹੇ ਹਾਂ ਖਾਰਕਿਵ ਵਿੱਚ। ਖਾਰਕਿਵ ਇੱਕ ਸਿਟੀ ਹੈ ਜਿੱਥੇ ਪਰਸੋਂ ਵੀਰਵਾਰ ਵਾਲੇ ਦਿਨ ਰੂਸ ਨੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਅੱਜ ਤੱਕ ਫਾਇਰਿੰਗ ਹੋ ਰਹੀ ਹੈ। 1000 ਬੱਚਾ ਹੈ ਇੰਡੀਆ ਦਾ ਤੇ ਉਹਨਾਂ ਵਿੱਚੋਂ ਪੰਜਾਬ ਵਿੱਚ ਤੋਂ ਵੀ ਨੇ ਜਿਹੜੇ ਬੰਕਰਾਂ ਵਿੱਚ ਠਹਿਰੇ ਨੇ। ਹੁਣੇ ਦਿਲਪ੍ਰੀਤ ਕੌਰ ਤੋਂ ਫਿਰ ਫੋਨ ਆਇਆ ਵੀ ਉਹਨਾਂ ਨੇ ਕਹਿਤਾ ਜਿਹੜੇ ਤੁਹਾਡੇ ਆਪਣੇ ਹੌਸਟਲ ਦੇ ਬੰਕਰ ਵਿੱਚੋਂ ਨਿਕਲ ਕੇ ਦੂਸਰੇ ਬੰਕਰਾਂ 'ਚ ਜਾਓ ਕਿਉਂਕਿ ਫਾਇਰਿੰਗ ਵਾਵਾ ਵੱਧ ਗਈ ਹੈ। ਬਿਲਕੁਲ ਬਿਲਕੁਲ। ਨਾਲੋਂ ਨਾਲ ਸਾਨੂੰ ਪਤਾ ਲੱਗਾ ਵੀ ਕੀਵ ਜੋ ਰਾਜਧਾਨੀ ਹੈ ਉੱਥੇ ਸਾਡੇ ਇੱਕ ਸੇਵਾਦਾਰ ਨੇ ਲੰਡਨ ਦੇ ਪ੍ਰੇਮਸ੍ਰੀ ਕੌਰ ਜੋ ਜਿਨ੍ਹਾਂ ਦਾ ਪਿਛੋਕੜ ਬੈਲਾਰੂਸ ਦੇ ਪਰਿਵਾਰਾਂ ਚੋਂ ਹੈ ਤੇ ਉਹਨਾਂ ਦਾ ਪਰਿਵਾਰ ਉੱਥੇ ਰਹਿ ਰਿਹਾ ਕਿ 3 ਦਿਨ ਉਹਨਾਂ ਨੂੰ ਰੋਟੀ ਨਹੀਂ ਹੈ। ਮਤਲਬ ਵੀ ਆ ਜਿਹੜਾ ਖਾਖੀਤਾ ਦੀ ਜਗ੍ਹਾ ਹੈ ਨਾ ਸ਼ਹਿਰ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਇੱਥੇ ਦੀ ਉਤਰਾਂ ਦੀ ਭਾਰੀ ਆ ਸਕਦੀ ਵੀ ਸਟੋਰ ਸਾਰੇ ਬੰਦ ਨੇ, ਬੈਂਕ ਤਾਂ ਛੱਡੋ ਤੇ ਮਨੀ ਐਕਸਚੇਂਜ ਵਾਲੇ ਤੇ ਕੈਸ਼ ਮਸ਼ੀਨ ਵਾਲੇ ਸਾਰੇ ਬੰਦ ਨੇ। ਬਿਲਕੁਲ। ਸੋ ਮਨਜਿੰਦਰਪਾਲ ਕੌਰ ਜੀ, ਜਿਹੜੀ ਰਾਜਧਾਨੀ ਕੀਵ ਹੈ ਉੱਥੇ ਬਹੁਤ ਮਾੜੇ ਹਾਲਾਤ ਹੋਏ ਨੇ। ਇਹ ਕੋਈ ਜਿਸ ਤਰ੍ਹਾਂ ਤੁਸੀਂ ਖਾਰਕੀਵ ਦੇ ਵਿੱਚ ਸੇਵਾ ਕਰ ਪਾ ਰਹੇ ਹੋ ਤਾਂ ਕੀਵ ਦੇ ਵਿੱਚ ਪਹੁੰਚਣ ਦੀ ਕੋਈ ਆਸ ਹੈਗੀ ਹੈ? ਕੀਵ ਵਿੱਚ ਮਾਹੌਲ ਬਹੁਤ ਮਾੜਾ ਹੈ। ਉੱਥੇ ਪਹੁੰਚਣ ਵਾਸਤੇ ਉੱਥੇ ਜਿਹੜੇ ਲੋਕ ਰਹਿ ਰਹੇ ਉਹ ਕਿਸੇ ਦੀ ਸੇਵਾ ਵੀ ਨਹੀਂ ਕਰ ਸਕਦੇ ਕਿਉਂਕਿ ਮੈਂ ਦੱਸ ਕੇ ਹਟੀ ਹਾਂ ਪ੍ਰੇਮਸ੍ਰੀ ਕੌਰ ਦੇ ਜਿਹੜੇ ਰਿਸ਼ਤੇਦਾਰ ਨੇ ਉਹਦੀ ਭਾਬੀ ਉੱਥੇ ਹੈ, ਕਹਿੰਦੇ 3 ਦਿਨ ਹੋ ਗਏ ਉਹਨਾਂ ਨੂੰ ਰੋਟੀ ਨਹੀਂ ਹੈ ਤੇ ਬੰਕਰਾਂ ਵਿੱਚ ਨੇ। ਸੋ ਉਹ ਵੇਖ ਰਹੇ ਨੇ ਹਿਊਮੈਨਿਟੇਰੀਅਨ ਕੋਰੀਡੋਰ ਬਣੇ ਉਹ ਈਸਟ ਯੂਕਰੇਨ ਵਿੱਚ ਕਿਸ ਤਰ੍ਹਾਂ ਵੈਸਟ ਯੂਕਰੇਨ ਚ ਪਹੁੰਚਣ। ਉਹਨਾਂ ਦਾ ਇਸ਼ੂ ਬਹੁਤ ਗੰਭੀਰ ਹੈ। ਯਾਨੀ ਕਿ ਜੇ ਤੁਸੀਂ ਸੇਵਾ ਕਰਨੀ ਹੈ ਤੁਸੀਂ ਉੱਥੇ ਉੱਡ ਕੇ ਨਹੀਂ ਜਾ ਸਕਦੇ, ਯਾਨੀ ਕਿ ਜਹਾਜ਼ ਦੇ ਵਿੱਚ ਤਾਂ ਤੁਸੀਂ ਜਾ ਨਹੀਂ ਸਕਦੇ, ਕੋਈ ਵੀ ਬਾਹਰੋਂ ਜਾ ਨਹੀਂ ਸਕਦਾ, ਫਲਾਈਟਾਂ ਬੰਦ ਨੇ, ਤੁਹਾਨੂੰ ਉੱਥੇ ਹੀ ਆਪਣੇ ਜਿਹੜੇ ਵਲੰਟੀਅਰ ਲੱਭਣੇ ਪੈ ਰਹੇ ਨੇ। ਹਾਂਜੀ। ਸੋ ਇਸ ਤਰ੍ਹਾਂ ਅਸੀਂ ਜਿਹੜੀ ਇੱਕ ਕੰਪਨੀ ਹੈ ਜਿਨ੍ਹਾਂ ਨੇ ਬੱਚੇ ਬਹੁਤ ਸਾਲਾਂ ਤੋਂ ਉੱਥੇ ਪੜਾਉਣ ਲਈ ਘਲਾਏ ਹੁੰਦੇ ਕਿ ਉਹਨਾਂ ਦੇ ਪ੍ਰਬੰਧ ਕੀਤੇ ਹੁੰਦੇ, ਉਸ ਕੰਪਨੀ ਦਾ ਨਾਮ ਹੈ ਬੌਬ ਟ੍ਰੇਡ। ਉਹਨਾਂ ਨਾਲ ਉਹ ਇੰਡੀਅਨ ਕੰਪਨੀ ਹੈ, ਮਤਲਬ ਇੰਡੀਅਨ ਲੋਕ ਨੇ ਉੱਥੇ ਹੁਣ ਨੈਸ਼ਨਲਸ ਬਣੇ ਨੇ। ਉਹਨਾਂ ਨਾਲ ਅਸੀਂ ਕੰਮ ਸ਼ੁਰੂ ਕੀਤਾ ਹੈ ਕਿ ਉਹ ਸਾਨੂੰ ਦੱਸਦੇ ਸੀ ਵੀ ਅਸੀਂ ਹੁਣ ਤੱਕ 1200 ਬੱਚਿਆਂ ਨੂੰ 2 ਡੰਗ ਰੋਟੀ ਦਿੰਨੇ ਹਾਂ ਮੀਲਸ, ਪਰ ਸਾਨੂੰ ਸਮਾਨ ਜਿਹੜਾ ਮਤਲਬ ਵੀ ਗਰੋਸਰੀ ਹੈ ਉਹ ਮੁੱਕਦੀ ਜਾ ਰਹੀ ਹੈ ਕਿਉਂਕਿ ਦੁਕਾਨਾਂ ਸਾਰੀਆਂ ਬੰਦ ਨੇ ਤੇ ਵੱਡੇ ਹੋਲਸੇਲ ਦੁਕਾਨਾਂ ਵੀ ਬੰਦ ਨੇ। ਸੋ ਅਸੀਂ ਹੋਲਸੇਲ ਨੂੰ ਸੰਪਰਕ ਕਰਕੇ ਕੈਸ਼ ਐਂਡ ਕੈਰੀ ਜਿਹਨੂੰ ਕਹਿੰਦਾ ਹੈ ਤੇ ਵੱਡਾ ਮੋਟਾ ਸਮਾਨ ਲੈਣਾ ਚਾਹੁੰਦੇ ਹੋ ਕਿ ਇਹ ਨਾ ਹੋ ਜਾਵੇ ਜਿਸ ਤਰ੍ਹਾਂ ਕੀਵ ਨਾਲ ਹੋਇਆ ਵੀ ਸਮਾਨ ਮੁੱਕ ਗਿਆ ਹੈ ਇੱਥੇ ਵੀ ਫਿਰ ਰੋਟੀ ਦਾ ਪ੍ਰੋਬਲਮ ਆ ਜਾਵੇ। ਦੂਸਰੀ ਗੱਲ ਜੋ ਮੈਂ ਦੱਸਣਾ ਚਾਹੁੰਦੀ ਸੀ, ਕੱਲ ਜਿਹੜਾ ਬਿਆਨ ਦਿੱਤਾ ਸੀ ਵੀ ਇਹਨਾਂ ਨੂੰ ਇਵੈਕੂਏਸ਼ਨ ਦੀ ਲੋੜ ਹੈ। ਬੌਬ ਟ੍ਰੇਡ ਵਾਲੇ ਜਿਹੜੀ ਕੰਪਨੀ ਹੈ ਖਾਰਕਿਵ ਵਿੱਚ ਤੇ ਉਹਨਾਂ ਦੇ ਇੱਕ ਮਨੀ ਸਿੰਘ ਕਰਕੇ ਪਟਿਆਲੇ ਤੋਂ ਹੈ ਤੇ ਇੱਕ ਹੋਰ ਹਰਦੀਪ ਸਿੰਘ ਜਿਹੜੇ ਉਹਨਾਂ ਦੇ ਕਰਤਾ ਧਰਤਾ ਨੇ, ਉਹ ਦੱਸਦੇ ਨੇ ਕਿ ਇੱਥੇ ਹੁਣ ਅਸੀਂ ਬੱਸਾਂ ਭਾਵੇਂ ਲਾ ਦਈਏ ਇਹਨਾਂ ਨੂੰ ਲੈ ਕੇ ਬਾਰਡਰਾਂ ਤੇ ਜਾਣ ਨੂੰ, ਪਰ ਰਸਤਾ 18 ਘੰਟਿਆਂ ਦਾ ਬਹੁਤ ਖਤਰਨਾਕ ਹੈ, ਬਹੁਤ ਲੰਬਾ ਹੈ, ਕੁਝ ਬੰਬਾਰੀ ਹੋ ਸਕਦੀ ਹੈ। ਸੋ ਇਸ ਕਰਕੇ ਹੁਣ ਸਾਡਾ ਫੋਕਸ ਹੈ ਉਹਨਾਂ ਨੂੰ ਰੋਟੀ ਦਾ ਜਿਹੜਾ ਪ੍ਰਬੰਧ ਹੈ ਲਗਾਤਾਰ ਲੱਗਿਆ ਰਹੇ। ਸਿਰਫ ਸਟੂਡੈਂਟਸ ਲਈ ਨਹੀਂ ਸੀ ਕਰ ਰਹੇ, ਉਸ ਬੰਕਰ ਵਿੱਚ ਜਿਹੜਾ ਵੀ ਹੋਏਗਾ, ਜਿਹੜਾ ਵੀ ਯੂਕਰੇਨ ਦਾ ਲੋਕਲ ਹੋਏਗਾ ਉਹਨਾਂ ਲਈ ਵੀ ਇਹ ਪ੍ਰਬੰਧ ਕਰ ਰਹੇ ਹਾਂ। ਜੀ ਬਹੁਤ ਧੰਨਵਾਦ ਮਨਜਿੰਦਰਪਾਲ ਕੌਰ ਜੀ, ਕਿਉਂਕਿ ਜਿਹੜਾ ਹੈਗਾ ਜੇ ਉੱਥੋਂ ਹੁਣ ਆਉਣ ਦਾ ਕੋਈ ਸਾਧਨ ਨਹੀਂ ਹੈਗਾ, ਹਾਲਾਂਕਿ ਭਾਰਤ ਸਰਕਾਰ ਸਰਹੱਦਾਂ ਦੇ ਜ਼ਰੀਏ ਉਹਨਾਂ ਨੂੰ ਲਿਆ ਰਹੀ ਹੈ ਤਾਂ ਜ਼ਾਹਿਰ ਤੌਰ ਤੇ ਰੋਟੀ ਦੇ ਖੁਣੋਂ ਕਿਸੇ ਦੀ ਜਾਨ ਨਾ ਜਾਵੇ। ਸੋ ਇਹਦੇ ਲਈ ਤੁਸੀਂ ਕੰਮ ਕਰ ਰਹੇ ਹੋ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਮਨਜਿੰਦਰਪਾਲ ਕੌਰ ਜੀ ਨੇ ਸਾਨੂੰ ਦੱਸਿਆ ਹੈ ਕਿ ਉਹਨਾਂ ਦੀ ਜਥੇਬੰਦੀ ਹੈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਉੱਥੇ, ਕਿਉਂਕਿ ਉੱਥੇ ਜਾਣਾ ਹੁਣ ਸੌਖਾ ਨਹੀਂ ਹੈ
ਉੱਥੇ ਕੋਈ ਵੀ ਫਲਾਈਟ ਆਉਣ ਜਾਣ ਦੀ ਨਹੀਂ ਹੈਗੀ। ਸਿਰਫ ਨਾਗਰਿਕਾਂ ਨੂੰ ਕੱਢਣ ਦੇ ਵਾਸਤੇ ਜਿਹੜਾ ਭਾਰਤ ਸਰਕਾਰ ਮਦਦ ਕਰ ਰਹੀ ਹੈ, ਕੋਸ਼ਿਸ਼ਾਂ ਕਰ ਰਹੀ ਹੈ। ਤਾਂ NGOs ਵੀ ਹੁਣ ਉੱਥੇ ਕਿਵੇਂ ਕੰਮ ਕਰਨ, ਕਿਵੇਂ ਸੇਵਾ ਕਰਨ, ਇਹ ਇੱਕ ਬਹੁਤ ਵੱਡਾ ਚੈਲੰਜ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਅਮਰੀਕਾ ਵੱਲੋਂ ਉਹਨਾਂ ਨੂੰ ਯੂਕਰੇਨ ਚੋਂ ਬਾਹਰ ਕੱਢਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਅਮਰੀਕੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਵਾਸ਼ਿੰਗਟਨ ਪੋਸਟ ਨੇ US ਅਤੇ ਯੂਕਰੇਨ ਦੇ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਇਹ ਦੱਸਿਆ ਕਿ ਅਮਰੀਕੀ ਸਰਕਾਰ ਜ਼ੈਲੈਂਸਕੀ ਦੀ ਮਦਦ ਕਰਨ ਦੇ ਲਈ ਤਿਆਰ ਹੈ। ਜ਼ੈਲੈਂਸਕੀ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਿਆਉਂਦੇ ਹਾਂ, ਪਰ ਜ਼ੈਲੈਂਸਕੀ ਨੇ ਬਹੁਤ ਹੀ ਹਿੰਮਤ ਵਾਲਾ ਬਿਆਨ ਦਿੰਦਿਆਂ ਅਮਰੀਕਾ ਨੂੰ ਕਿਹਾ ਕਿ ਮੈਨੂੰ ਅਸਲਾ ਦਿਓ, ਭੱਜਣ ਦਾ ਰਾਹ ਨਾ ਸਿਖਾਓ। ਅਮਰੀਕਾ ਦੇ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਇਹੀ ਜਵਾਬ ਦਿੱਤਾ ਹੈ ਕਿ ਇੱਥੇ ਜੰਗ ਚੱਲ ਰਹੀ ਹੈ, ਮੈਨੂੰ ਅਸਲਾ ਚਾਹੀਦਾ ਹੈ, ਮੈਨੂੰ ਯਾਤਰਾ ਨਹੀਂ ਚਾਹੀਦੀ। ਰੂਸੀ ਹਮਲੇ ਦਾ ਜਵਾਬ ਦੇਣ ਦੇ ਲਈ ਸੋਸ਼ਲ ਮੀਡੀਆ ਤੇ ਜ਼ੈਲੈਂਸਕੀ ਦੀ ਪੂਰੇ ਵਿਆਪਕ ਪੱਧਰ ਤੇ ਪ੍ਰਸ਼ੰਸਾ ਵੀ ਹੋ ਰਹੀ ਹੈ। ਸਾਬਕਾ ਕਾਮੇਡੀਅਨ ਅਤੇ ਫਿਲਮ ਸਟਾਰ ਰਹੇ ਅਭਿਨੇਤਾ ਰਹੇ ਜ਼ੈਲੈਂਸਕੀ ਨੇ ਇਸ ਤੋਂ ਪਹਿਲਾਂ ਇੱਕ ਭਾਸ਼ਣ ਦੇ ਵਿੱਚ ਵੀ ਲੜਦੇ ਰਹਿਣ ਦੀ ਸਹੁੰ ਖਾਧੀ ਸੀ। ਜ਼ੈਲੈਂਸਕੀ ਨੇ ਕਿਹਾ ਸੀ ਕਿ ਜਦੋਂ ਤੁਸੀਂ ਸਾਡੇ ਤੇ ਹਮਲਾ ਕਰੋਗੇ, ਤੁਸੀਂ ਸਾਡੇ ਚਿਹਰੇ ਵੇਖੋਗੇ, ਨਾ ਕਿ ਸਾਡੀ ਪਿੱਠ। ਅਤੇ ਆਪਣੇ ਬਹੁਤ ਹੀ ਹੌਸਲੇ ਵਾਲੇ ਰਾਸ਼ਟਰਪਤੀ ਤੋਂ ਪ੍ਰੇਰਣਾ ਲੈਂਦੇ ਹੋਏ ਯੂਕਰੇਨ ਦੀ ਮਹਿਲਾ MP ਕੀਰਾ ਰੋਦਿਕ ਨੇ ਵੀ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਹੈ। ਹਥਿਆਰਾਂ ਦੀ ਟ੍ਰੇਨਿੰਗ ਉਹ ਲੈ ਰਹੀ ਹੈ ਅਤੇ MP ਨੇ ਕਿਹਾ ਹੈ ਕਿ ਦੇਸ਼ ਦੀ ਰੱਖਿਆ ਦੇ ਲਈ ਹੁਣ ਸਾਨੂੰ ਸਾਰਿਆਂ ਨੂੰ ਹਥਿਆਰ ਚੁੱਕਣੇ ਪੈਣਗੇ। ਹਾਲਾਂਕਿ ਇੱਕ ਸੁਪਨੇ ਵਰਗਾ ਲੱਗਦਾ ਹੈ। ਮੈਂ ਕੁਝ ਦਿਨ ਪਹਿਲਾਂ ਤੱਕ ਇਸ ਬਾਰੇ ਕਦੇ ਸੋਚਿਆ ਨਹੀਂ ਸੀ, ਪਰ ਹੁਣ ਯੂਕਰੇਨ ਦੀਆਂ ਔਰਤਾਂ ਵੀ ਪੁਰਸ਼ਾਂ ਵਾਂਗ ਆਪਣੀ ਧਰਤੀ ਦੀ ਰੱਖਿਆ ਕਰਨਗੀਆਂ। ਤਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਜਿੱਥੇ ਅਮਰੀਕਾ ਤੋਂ ਹਥਿਆਰ ਮੰਗੇ ਨੇ, ਉੱਥੇ ਹੀ ਉਹਨਾਂ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਨਾਲ ਗੱਲਬਾਤ ਹੋਈ ਹੈ ਤੇ ਫਰਾਂਸ ਹੁਣ ਯੂਕਰੇਨ ਨੂੰ ਹਥਿਆਰ ਭੇਜ ਰਿਹਾ ਹੈ। ਇਸ ਦੀ ਜਾਣਕਾਰੀ ਖੁਦ ਰਾਸ਼ਟਰਪਤੀ ਨੇ ਦਿੱਤੀ ਹੈ। ਬਰਤਾਨੀਆ ਦੇ ਵੀ ਇੱਕ ਚੋਟੀ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਰਤਾਨੀਆ ਅਤੇ 25 ਹੋਰ ਮੁਲਕ ਯੂਕਰੇਨ ਨੂੰ ਹੋਰ ਮਨੁੱਖੀ ਸਹਾਇਤਾ ਜਾਂ ਹਥਿਆਰਾਂ ਦੀ ਸਹਾਇਤਾ ਦੇਣ ਦੇ ਲਈ ਸਹਿਮਤ ਹੋ ਗਏ ਨੇ, ਕਿਉਂਕਿ ਉੱਥੇ ਹਥਿਆਰਾਂ ਦੀ ਕਮੀ ਹੈ ਜਿਹੜੀ ਉਹ ਲਗਾਤਾਰ ਪਾਈ ਜਾ ਰਹੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਕੀ ਕੁਝ ਹੋਇਆ ਉਹ ਤੁਹਾਨੂੰ ਦੱਸ ਦਿੰਦੇ ਹਾਂ। ਰੂਸ ਦੇ ਹਮਲੇ ਦੀ ਨਿੰਦਾ ਕਰਨ ਵਾਲਾ ਮਤਾ ਇੱਥੇ ਅੱਗੇ ਨਹੀਂ ਵੱਧ ਸਕਿਆ। ਰੂਸ ਨੇ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕਰਦੇ ਹੋਏ ਇਸ ਮਤੇ ਨੂੰ ਰੋਕ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਐਂਟੋਨੀਓ ਗੁਟੇਰਸ ਨੇ ਯੂਕਰੇਨ ਦੇ ਵਿੱਚ ਹਮਲਾ ਕਰਨ ਵਾਲੇ ਰੂਸੀ ਫੌਜੀਆਂ ਨੂੰ ਵਾਪਸ ਆਪਣੀਆਂ ਬੈਰਕਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਹੈ। ਗੁਟੇਰਸ ਨੇ ਕਿਹਾ ਕਿ ਸ਼ਾਂਤੀ ਦੇ ਲਈ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਹਾਲਾਂਕਿ 11 ਮੈਂਬਰਾਂ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੀ ਨਿੰਦਿਆ ਕਰਦੇ ਹੋਏ ਇਸ ਮਤੇ ਦੇ ਪੱਖ ਵਿੱਚ ਵੋਟਾਂ ਵੀ ਪਾਈਆਂ, ਪਰ ਰੂਸ ਨੇ ਸਥਾਈ ਮੈਂਬਰ ਵਜੋਂ ਜਦੋਂ ਆਪਣੇ ਵੀਟੋ ਦੀ ਵਰਤੋਂ ਕੀਤੀ ਤਾਂ ਇਸ ਨੂੰ ਰੋਕ ਦਿੱਤਾ। ਮਤੇ ਦੇ ਹੱਕ ਵਿੱਚ 11 ਮੈਂਬਰਾਂ ਨੇ ਵੋਟ ਪਾਈ, ਪਰ ਬੜੀ ਹੈਰਾਨੀ ਦੀ ਗੱਲ ਹੋਈ ਜਦੋਂ ਭਾਰਤ VOTING ਦੌਰਾਨ ਗੈਰ ਹਾਜ਼ਰ ਰਿਹਾ। ਰੂਸ ਦੀ ਨਿੰਦਾ ਕਰਨ ਵਾਲੇ ਮਤੇ ਤੇ ਵੋਟ ਨਾ ਪਾ ਕੇ ਭਾਰਤ ਨੇ ਗੱਲਬਾਤ ਅਤੇ ਕੂਟਨੀਤੀ ਨੂੰ ਅੱਗੇ ਵਧਾਉਣ ਲਈ ਸਾਰੀਆਂ ਧਿਰਾਂ ਤੱਕ ਪਹੁੰਚਣ ਦਾ ਰਾਹ ਖੁੱਲ੍ਹਾ ਰੱਖਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਯੂਕਰੇਨ ਵਿਰੁੱਧ ਰੂਸ ਦੇ ਹਮਲਾਵਰ ਵਤੀਰੇ ਦੀ ਜ਼ੋਰਦਾਰ ਨਿੰਦਾ ਕਰਨ ਵਾਲੇ ਮਤੇ ਤੇ VOTING ਕੀਤੀ ਸੀ ਤੇ ਮਤਾ ਅਮਰੀਕਾ ਨੇ ਪੇਸ਼ ਕੀਤਾ ਸੀ ਅਤੇ ਚਾਈਨਾ ਵੀ ਇਸ VOTING ਤੋਂ ਦੂਰ ਹੀ ਰਿਹਾ ਹੈ। ਭਾਰਤ, ਚੀਨ ਅਤੇ UAE ਨੇ ਵੀ VOTING ਦੇ ਵਿੱਚ ਹਿੱਸਾ ਨਹੀਂ ਲਿਆ। ਰੂਸ ਵੀਟੋ ਪਾਵਰ ਨਾਲ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ ਵਿੱਚੋਂ ਇੱਕ ਹੈ। ਰੂਸ ਤੋਂ ਇਲਾਵਾ ਅਮਰੀਕਾ, ਚੀਨ, ਫਰਾਂਸ ਤੇ ਬਰਤਾਨੀਆ ਦੇ ਕੋਲ ਵੀਟੋ ਪਾਵਰ ਹੈ। ਸੋ ਇੰਡੀਆ ਤੇ ਚਾਈਨਾ ਨੇ ਜਦੋਂ ਇਸ ਮਤੇ ਦੇ ਹੱਕ ਵਿੱਚ VOTING ਨਹੀਂ ਕੀਤੀ, ਨਾ ਹੀ ਵਿਰੋਧ ਦੇ ਵਿੱਚ ਕੀਤੀ ਹੈ, ਤਾਂ ਟਵਿੱਟਰ ਦੇ ਉੱਤੇ ਟ੍ਰੋਲ ਹੋ ਰਹੇ ਨੇ ਦੋਵੇਂ ਮੁਲਕ ਅਤੇ ਲੋਕ ਇੱਕ ਕੰਪੈਰੀਜ਼ਨ ਕਰਕੇ ਤਸਵੀਰਾਂ ਪਾ ਰਹੇ ਨੇ, ਤੁਲਨਾ ਕਰਕੇ ਕਿ ਯੂਨਾਈਟਿਡ ਨੇਸ਼ਨਸ ਦੇ ਬਾਹਰ ਚੀਨ ਤੇ ਭਾਰਤ ਇੱਕ ਦੂਸਰੇ ਨਾਲ ਸਿੰਗ ਪੜਾਉਂਦੇ ਦਿਖਾਈ ਦਿੰਦੇ ਨੇ, ਪਰ ਯੂਨਾਈਟਿਡ ਨੇਸ਼ਨਸ ਦੇ ਅੰਦਰ ਦੋਵੇਂ ਇੱਕ ਦੂਜੇ ਨੂੰ ਗਲਵੱਕੜੀ ਪਾ ਲੈਂਦੇ ਨੇ। ਉਧਰ ਪੋਪ ਫ੍ਰਾਂਸਿਸ ਨੇ ਵੀ ਰੋਮ ਦੇ ਵਿੱਚ ਰੂਸੀ ਦੂਤਾਵਾਸ ਦਾ ਦੌਰਾ ਕਰਕੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਯੂਕਰੇਨ ਦੇ ਵਿੱਚ ਜੰਗ ਨੂੰ ਖਤਮ ਕਰਨ ਦੀ ਉਹਨਾਂ ਨੇ ਅਪੀਲ ਕੀਤੀ ਹੈ। ਰੋਮ ਵਿਚਲੇ ਰੂਸੀ ਦੂਤਘਰ ਦੇ ਵਿੱਚ ਪੋਪ ਗਏ ਨੇ। ਪੋਪ ਫ੍ਰਾਂਸਿਸ ਨੇ ਯੂਕਰੇਨ ਦੇ ਵਿੱਚ ਚੋਟੀ ਦੇ ਗ੍ਰੀਕ ਕੈਥੋਲਿਕ ਲੀਡਰ ਨੂੰ ਭਰੋਸਾ ਦਿਵਾਇਆ ਕਿ ਯੁੱਧ ਨੂੰ ਰੋਕਣ ਦੇ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ। ਇਸ ਦਰਮਿਆਨ ਬਹੁਤ ਸਾਰੇ ਮੁਲਕਾਂ ਨੇ ਰੂਸ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਰੂਸ ਨੇ ਕਿਹਾ ਕਿ ਪੱਛਮ ਦੇ ਨਾਲ ਕੋਈ ਕੂਟਨੀਤਿਕ ਸੰਬੰਧ ਸਾਡੇ ਨਹੀਂ ਹਨ, ਦੂਤਾਵਾਸ ਬੰਦ ਹੋਣੇ ਚਾਹੀਦੇ ਨੇ। ਕਹਿੰਦੇ ਸਾਡੇ ਦੇਸ਼ ਨੂੰ ਪੱਛਮੀ ਦੇਸ਼ਾਂ ਨਾਲ ਕੂਟਨੀਤਿਕ ਸੰਬੰਧ ਬਣਾਏ ਰੱਖਣ ਦੀ ਕੋਈ ਲੋੜ ਨਹੀਂ ਹੈ। ਯਾਨੀ ਕਿ ਹੁਣ ਜਿਹੜੇ ਮੁਲਕਾਂ ਨੇ ਰੂਸ ਤੇ ਪਾਬੰਦੀਆਂ ਲਾਈਆਂ ਸੀ ਉਹਨਾਂ ਮੁਲਕਾਂ ਦੇ ਵਿੱਚ ਰੂਸ ਦੇ ਸਾਰੇ ਜਿਹੜੇ
ਬੰਦ ਹੋ ਜਾਣਗੇ ਦੂਤਾਵਾਸ। ਯੂਕਰੇਨ ਦੇ ਵਿੱਚ ਜਿਹੜੇ ਭਾਰਤੀ ਫਸੇ ਹੋਏ ਨੇ ਉਹਨਾਂ ਦੇ ਨਾਲ ਜੁੜੀ ਇੱਕ ਹੋਰ ਅਪਡੇਟ ਤੁਹਾਨੂੰ ਦੱਸ ਦਿੰਦੇ ਹਾਂ। ਉੱਥੇ 20,000 ਦੇ ਕਰੀਬ ਭਾਰਤੀ ਨਾਗਰਿਕ ਨੇ ਜਿਹੜੇ ਉਹ ਫਸੇ ਹੋਏ ਨੇ। ਯੂਕਰੇਨ ਦੇ ਵਿੱਚ ਫਸੇ ਲੋਕਾਂ ਨੂੰ ਭਾਰਤ ਸਰਕਾਰ ਆਪਣੇ ਖਰਚੇ ਤੇ ਲੈ ਕੇ ਆਏਗੀ। ਉੱਥੋਂ ਕਈ ਲੋਕ ਆ ਵੀ ਚੁੱਕੇ ਨੇ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ, ਜਾਣਕਾਰੀ ਦਿੱਤੀ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਹਨਾਂ ਨੇ ਕਿਹਾ ਕਿ ਉੱਥੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਪੂਰੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਹਾਲਾਤ ਸੁਖਾਵੇਂ ਹੋ ਜਾਣ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਯੂਕਰੇਨ ਦੇ ਵਿੱਚ ਫਸੇ ਹੋਏ ਪੰਜਾਬੀ ਨੌਜਵਾਨਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਯੂਕਰੇਨ ਮੁਲਕ ਛੱਡ ਕੇ ਨਹੀਂ ਆਉਣਾ ਚਾਹੀਦਾ। ਸੋਲੀਡੈਰਿਟੀ ਦਿਖਾਉਂਦੇ ਹੋਏ ਉੱਥੇ ਹੀ ਜੰਗ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਸ ਮੁਲਕ ਦੇ ਵਿੱਚ ਜਿੱਥੇ ਉਹਨਾਂ ਨੂੰ ਵਿੱਦਿਆ ਹਾਸਲ ਹੋ ਰਹੀ ਹੈ ਉਸ ਮੁਲਕ ਦੇ ਨਾਲ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਯੁੱਧ ਲੜਨਾ ਚਾਹੀਦਾ। ਅਪੀਲ ਕਰਦਾ ਤੇ ਦੂਜਿਆਂ ਨੂੰ ਵੀ ਅਪੀਲ ਮੇਰੀ ਹੈ ਕਿ ਜੇ ਆਪਾਂ ਨੇ ਯੂਕਰੇਨ ਦਾ ਇੰਨਾ ਚਿਰ ਲੂਣ ਖਾਧਾ, ਪੜ੍ਹਾਈ ਕੀਤੀ ਹੈ ਤੇ ਵਾਪਸ ਇੰਡੀਆ ਆਉਣ ਦੀ ਲੋੜ ਨਹੀਂ ਹੈ। ਆਪਣੀ ਮਾਰਸ਼ਲ ਰੇਸ ਹੈ। ਤੁਸੀਂ ਨੇੜੇ ਤੇ ਨੇੜੇ ਜਿਹੜਾ ਵੀ ਮਿਲਟਰੀ ਦਾ ਕੈਂਪ ਹੈ ਉੱਥੇ ਆਪਣੀ ਪਛਾਣ ਦੱਸੋ, ਆਈਡੈਂਟੀਟੀ, ਕਿ ਤੁਸੀਂ ਇੱਥੇ ਸਟੂਡੈਂਟਸ ਪੜ੍ਹਨ ਦੇ ਲਈ ਆਏ ਹੋ। ਅੱਜ ਯੂਕਰੇਨ ਨੂੰ ਵਿਪਤਾ ਹੈਗੀ ਹੈ ਤੇ ਤੁਸੀਂ ਕਹੋ ਕਿ ਅਸੀਂ ਵੋਲੰਟੀਅਰ ਕਰਦੇ ਹਾਂ ਮਿਲਟਰੀ ਸਰਵਿਸ ਦੇ ਲਈ। ਸਾਨੂੰ 2 ਹਫ਼ਤਿਆਂ ਦੀ ਟ੍ਰੇਨਿੰਗ ਇਨਫੈਂਟਰੀ ਤੇ ਆਰਟਿਲਰੀ ਦੀ ਦਿੱਤੀ ਜਾਵੇ, ਜਿਹਦੇ ਨਾਲ ਅਸੀਂ ਆਪਣੇ ਮੋਰਚੇ ਰੂਸ ਦੇ ਖਿਲਾਫ ਸਾਂਭ ਲਈਏ। ਇਹਦੇ ਨਾਲ ਸਿੱਖ ਕੌਮ ਦੀ ਬਹੁਤ ਵੱਡੀ ਵਡਿਆਈ ਸਾਰੇ ਪਾਸੇ ਹੋਊਗੀ, ਨਾ ਕਿ ਪੋਲੈਂਡ ਭੱਜ ਜਾਈਏ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਭੱਜ ਜਾਈਏ ਜਾਂ ਵਾਪਸ ਇੰਡੀਆ ਦੇ ਵਿੱਚ ਆ ਜਾਈਏ। ਤੇ ਜੇ ਆਪਾਂ ਨੇ ਇੱਕ ਵਾਰੀ ਯੂਕਰੇਨ ਦੇ ਹੱਕ ਦੇ ਵਿੱਚ ਮਿਲਟਰੀ ਸਰਵਿਸ ਕਰਤੀ ਤੇ ਸਿੱਖ ਕੌਮ ਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਵੱਡਾ ਨਾਂ ਹੋ ਜਾਊਗਾ। ਯੁੱਧ ਦੇ ਕੀ ਅਸਰ ਹੋ ਰਹੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਵਿਆਪਕ ਪੱਧਰ ਦੇ ਉੱਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ਼੍ਰੀਲੰਕਾ ਦੇ ਵਿੱਚ ਸਹਾਇਕ ਕੰਪਨੀ ਨੇ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਪੈਟਰੋਲ ਦੇ ਭਾਅ ਦੇ ਵਿੱਚ 20 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਬਹੁਤ ਵੱਡਾ ਵਾਧਾ ਹੈ। ਡੀਜ਼ਲ ਦੇ ਵਿੱਚ 15 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਲੰਕਾ ਇੰਡੀਅਨ ਆਇਲ ਕੰਪਨੀ ਦੇ ਵੱਲੋਂ ਇਸ ਮਹੀਨੇ ਤੇਲ ਕੀਮਤਾਂ ਵਿੱਚ ਕੀਤਾ ਗਿਆ ਇਹ ਦੂਜਾ ਵਾਧਾ ਹੈ। ਪੈਟਰੋਲ ਹੁਣ ਸ਼੍ਰੀਲੰਕਾ ਦੇ ਵਿੱਚ 204 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 139 ਰੁਪਏ ਪ੍ਰਤੀ ਲੀਟਰ ਹੋ ਗਿਆ। ਇਸੇ ਤਰ੍ਹਾਂ ਇਸ ਯੁੱਧ ਦਾ ਪੰਜਾਬ ਦੇ ਉੱਤੇ ਵੀ ਅਸਰ ਪਿਆ ਹੈ। ਪੰਜਾਬ ਦੇ ਵਿੱਚ ਰਿਫਾਈਨਡ ਤੇਲ ਦੇ ਭਾਅ ਨੇ ਜਿਹੜੇ ਉਹ ਇੱਕਦਮ ਵੱਧ ਗਏ ਨੇ। ਰਿਫਾਈਨਡ ਦੇ ਇੱਕ ਟੀਨ ਦਾ ਰੇਟ 150 ਤੋਂ ਲੈ ਕੇ 200 ਰੁਪਏ ਤੱਕ ਵੱਧ ਗਿਆ ਹੈ। ਪਹਿਲਾਂ ਜਿਹੜਾ ਟੀਨ 2350 ਰੁਪਏ ਦਾ ਮਿਲਦਾ ਸੀ, ਹੁਣ 2500 ਤੋਂ ਲੈ ਕੇ 2550 ਤੱਕ ਦਾ ਮਿਲ ਰਿਹਾ ਹੈ ਤੇ ਵਪਾਰੀਆਂ ਦੇ ਵਿੱਚ ਖਾਸੀ ਨਾਰਾਜ਼ਗੀ ਹੈ। ਫੈਕਟਰੀ ਤੇ ਮਿਲ ਦੇ ਮਾਲਕਾਂ ਨੇ ਕਿਹਾ ਕਿ ਰੂਸ ਤੇ ਯੂਕਰੇਨ ਦੇ ਵਿਚਕਾਰ ਲੜਾਈ ਚੱਲਣ ਦੇ ਕਾਰਨ ਰਿਫਾਈਨਰੀ ਤੇਲ ਦੇ ਭਾਅ ਵੱਧ ਗਏ ਨੇ। ਰਿਫਾਈਨਰੀ ਤੇਲ ਵੱਡੀ ਮਾਤਰਾ ਦੇ ਵਿੱਚ ਬਾਹਰੋਂ ਹੀ ਆਉਂਦਾ ਹੈ। ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਵੱਖਰੀ ਮੰਗ ਉੱਠਣ ਲੱਗੀ ਹੈ, ਖਾਸ ਕਰਕੇ ਭਾਰਤ ਦੇ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਕਸਾਈ ਚੀਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਰੂਸ ਯੂਕਰੇਨ ਤੋਂ ਆਪਣੇ 2 ਖਿੱਤਿਆਂ ਨੂੰ ਵਾਪਸ ਲੈ ਰਿਹਾ ਹੈ, ਉਸੇ ਤਰ੍ਹਾਂ ਹੁਣ ਭਾਰਤ ਨੂੰ ਪਾਕਿਸਤਾਨ ਤੋਂ ਅਤੇ ਚੀਨ ਤੋਂ ਆਪਣੇ ਖਿੱਤੇ ਵਾਪਸ ਲੈਣੇ ਚਾਹੀਦੇ ਨੇ। ਸੋ ਅਗਲੀ ਖਬਰ ਇਹ ਹੈ ਕਿ ਭਾਰਤੀ ਸਫਾਰਤਖਾਨੇ ਨੇ ਉੱਥੇ ਜਿਹੜੇ ਫਸੇ ਹੋਏ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਤੋਂ ਪੁੱਛੇ ਬਿਨਾ ਜਿਹੜੇ ਭਾਰਤੀ ਨਾਗਰਿਕ ਨੇ ਉਹ ਯੂਕਰੇਨ ਦੀਆਂ ਸਰਹੱਦੀ ਚੌਕੀਆਂ ਵੱਲ ਨਾ ਜਾਣ। ਭਾਰਤੀ ਦੂਤਘਰ ਨੇ ਕਿਹਾ ਕਿ ਸਰਹੱਦੀ ਜਾਂਚ ਚੌਕੀਆਂ ਤੇ ਸਥਿਤੀ ਬੇहद ਸੰਵੇਦਨਸ਼ੀਲ ਹੈ। ਅਸੀਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਮੁਲਕਾਂ ਦੇ ਵਿੱਚ ਆਪਣੇ ਦੂਤਘਰਾਂ ਦੇ ਨਾਲ ਕੰਮ ਕਰ ਰਹੇ ਹਾਂ। ਸਾਨੂੰ ਭਾਰਤੀਆਂ ਨੂੰ ਕੱਢਣਾ ਮੁਸ਼ਕਿਲ ਹੋ ਰਿਹਾ ਹੈ। ਜੋ ਬਿਨਾਂ ਦੱਸੇ ਸਰਹੱਦੀ ਚੌਕੀਆਂ ਤੇ ਪਹੁੰਚ ਗਏ ਨੇ ਉਹਨਾਂ ਨੂੰ ਕੱਢਣਾ ਮੁਸ਼ਕਿਲ ਹੋ ਰਿਹਾ ਹੈ। ਪੂਰਬੀ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਆਪਣੇ ਨਿਵਾਸ ਸਥਾਨ ਤੇ ਰਹਿਣ ਦੀ ਅਸੀਂ ਬੇਨਤੀ ਕਰਦੇ ਹਾਂ। ਪਰ ਇੱਥੇ ਜ਼ਰੂਰ ਜਿਹੜੇ ਵਿਦਿਆਰਥੀ ਨੇ ਅਪੀਲ ਕਰਦੇ ਨੇ ਕਿ ਜਿੱਥੇ ਵੀ ਅਸੀਂ ਪਹੁੰਚ ਰਹੇ ਹਾਂ, ਜਿਹੜੀਆਂ ਪੱਛਮੀ ਸਰਹੱਦਾਂ ਤੇ ਕਿਹਾ ਜੇ ਬਿਨਾਂ ਸੰਪਰਕ ਸਾਧੇ ਤੋਂ ਹੀ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਵੀ ਉੱਥੋਂ ਕੱਢ ਕੇ ਲਿਆਉਣਾ ਜਿਹੜਾ ਉਹ ਬਣਦਾ ਹੈ। ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ, ਇਹ ਬੜੀ ਅਹਿਮ ਗੱਲ ਹੈ। ਇਧਰ ਪੰਜਾਬ ਸਰਕਾਰ ਨੇ ਵੀ ਜੰਗ ਦੇ ਵਿੱਚ ਉਧਰ ਫਸੇ ਪੰਜਾਬੀਆਂ ਦੀ ਮਦਦ ਲਈ 24 ਘੰਟੇ 7 ਦਿਨ ਚੱਲਣ ਵਾਲਾ ਕੰਟਰੋਲ ਰੂਮ ਬਣਾ ਦਿੱਤਾ ਹੈ। ਇਸ ਵਿੱਚ ਯੂਕਰੇਨ ਦੇ ਵਿੱਚ ਫਸੇ ਵਿਅਕਤੀ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਆਪਣੇ ਜਿਹੜੇ ਮੈਂਬਰਾਂ ਦੀ ਜਾਣਕਾਰੀ ਦੇ ਸਕਦੇ ਨੇ। ਪੰਜਾਬ ਤੋਂ ਜੇ ਤੁਸੀਂ ਫੋਨ ਕਰਨਾ ਹੈ ਤਾਂ ਹੈਲਪਲਾਈਨ ਨੰਬਰ ਹੈ
1100 ਯਾਨੀ ਕਿ 1100। ਜੇ ਤੁਸੀਂ ਵਿਦੇਸ਼ਾਂ ਤੋਂ ਕਾਲ ਕਰਨੀ ਹੈ ਤਾਂ ਤੁਹਾਡੇ ਲਈ ਨੰਬਰ ਹੈ 0172 411 1905। ਇਹ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ। ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਯੂਕਰੇਨ ਦੇ ਵਿੱਚ ਫਸੇ ਪੰਜਾਬੀਆਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਤਤਕਾਲ ਫੌਰਨ ਭਾਰਤ ਸਰਕਾਰ ਨੂੰ ਭੇਜੀ ਜਾਏਗੀ, ਜਿਸ ਦੇ ਜ਼ਰੀਏ ਯੂਕਰੇਨ ਤੋਂ ਉਹਨਾਂ ਨੂੰ ਰੈਸਕਿਊ ਕੀਤਾ ਜਾ ਸਕੇ। ADGP MM ਫਾਰੂਖੀ ਨੇ ਜਿਹੜੇ ਉਹ ਕੰਟਰੋਲ ਰੂਮ ਦਾ ਨੋਡਲ ਆਫੀਸਰ ਲਾਏ ਗਏ ਨੇ। ਇਸੇ ਦਰਮਿਆਨ ਕੇਰਲਾ ਦੇ ਮੁੱਖ ਮੰਤਰੀ ਪਿਨਰਾਈ ਵਿਜयन ਨੇ ਵੀ ਐਲਾਨ ਕੀਤਾ ਹੈ ਕਿ ਕੇਰਲਾ ਸਰਕਾਰ ਯੂਕਰੇਨ ਤੋਂ ਉਡਾਣਾਂ ਦੇ ਰਾਹੀਂ ਦਿੱਲੀ ਮੁੰਬਈ ਦੇ ਰਾਹੀਂ ਕੇਰਲਾ ਪਰਤਣ ਵਾਲੇ ਵਿਦਿਆਰਥੀਆਂ ਨੂੰ ਹਵਾਈ ਟਿਕਟਾਂ ਮੁਹੱਈਆ ਕਰਵਾਏਗੀ। ਇਸ ਸੰਬੰਧੀ ਜ਼ਿਲ੍ਹਾ ਕਲੈਕਟਰਾਂ ਨੂੰ ਕੇਰਲਾ ਦੇ ਵਿੱਚ ਹਵਾਈ ਅੱਡਿਆਂ ਤੇ ਪਹੁੰਚਣ ਵਾਲਿਆਂ ਦੇ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਨੇ। ਭਾਰਤ ਸਰਕਾਰ ਕੀ ਕੁਝ ਕਰ ਰਹੀ ਹੈ, ਕਿੰਨੇ ਜਹਾਜ਼ ਜਾ ਰਹੇ ਨੇ, ਉਸ ਦੀ ਵੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ। ਸ਼ਨੀਚਰਵਾਰ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਮੁੰਬਈ ਤੋਂ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਦੇ ਲਈ ਰਵਾਨਾ ਹੋਇਆ 에ਅਰ ਇੰਡੀਆ ਦਾ ਜਿਹੜਾ ਬੋਇੰਗ ਜਹਾਜ਼ ਹੈ ਉਸ ਦੇ ਰਾਤ 9 ਵਜੇ ਦੇ ਕਰੀਬ ਭਾਰਤ ਪਹੁੰਚਣ ਦੀ ਸੰਭਾਵਨਾ ਦੱਸੀ ਗਈ। ਇਹ ਜਹਾਜ਼ 219 ਭਾਰਤੀਆਂ ਨੂੰ ਲੈ ਕੇ ਰਵਾਨਾ ਹੋਇਆ, ਜਿਸ ਦੇ ਵਿੱਚ ਵਿਦਿਆਰਥੀ ਵੀ ਸ਼ਾਮਿਲ ਨੇ। 에ਅਰ ਇੰਡੀਆ ਦੀ ਫਲਾਈਟ AI 1944 ਸ਼ਨੀਚਰਵਾਰ ਸਵੇਰੇ 3:38 ਤੇ ਮੁੰਬਈ ਤੋਂ ਰਵਾਨਾ ਹੋਈ ਸੀ। ਦੂਸਰੀ ਉਡਾਨ ਸਵੇਰੇ 11:30 ਵਜੇ ਰਵਾਨਾ ਹੋਈ, ਜਿਹੜੀ ਕਿ ਸ਼ਾਮ 6:30 ਵਜੇ ਤੱਕ ਉੱਥੇ ਪਹੁੰਚਣ ਦੀ ਜਾਣਕਾਰੀ ਸੀ ਤੇ ਇਹ ਜਹਾਜ਼ ਵੀ 250 ਦੇ ਕਰੀਬ ਯਾਤਰੀਆਂ ਨੂੰ ਐਤਵਾਰ ਨੂੰ ਲੈ ਕੇ ਦਿੱਲੀ ਪਹੁੰਚੇਗਾ। ਯੂਕਰੇਨ ਤੇ ਤਿੰਨਾਂ ਪਾਸਿਆਂ ਤੋਂ ਹਮਲਾ ਕਰਨ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨੀ ਫੌਜ ਨੂੰ ਤਖਤਾ ਪਲਟਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਤੁਸੀਂ ਹਥਿਆਰ ਛੱਡ ਦਿਓਗੇ, ਤੁਸੀਂ ਸਰਕਾਰ ਛੱਡ ਦਿਓਗੇ, ਫੌਜ ਦੇ ਹੱਥ ਵਿੱਚ ਸੱਤਾ ਆ ਜਾਏਗੀ ਤਾਂ ਰੂਸ ਤੇ ਯੂਕਰੇਨ ਚੰਗੇ ਤਰੀਕੇ ਨਾਲ ਗੱਲਬਾਤ ਕਰ ਸਕਣਗੇ, ਪਰ ਸ਼ਰਤਾਂ ਵੀ ਲਾ ਦਿੱਤੀਆਂ। ਰੂਸ ਨੇ ਕਿਹਾ ਕਿ ਯੂਕਰੇਨ ਕ੍ਰਾਈਮੀਆ ਨੂੰ ਰੂਸ ਦਾ ਹਿੱਸਾ ਮੰਨੇ ਅਤੇ ਨਾਟੋ ਦੇ ਵਿੱਚ ਸ਼ਾਮਿਲ ਹੋਣ ਤੋਂ ਨਾ ਕਰੇ। ਇਹ ਵੱਡੀਆਂ ਸ਼ਰਤਾਂ ਰੱਖੀਆਂ ਗਈਆਂ ਨੇ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਵੀਡੀਓ ਪੋਸਟ ਕੀਤੀ ਆਪਣੇ ਟਵਿੱਟਰ ਹੈਂਡਲ ਤੇ, ਕਿਹਾ ਕਿ ਅਸੀਂ ਹਥਿਆਰ ਨਹੀਂ ਸੁੱਟਾਂਗੇ। ਇੱਕ ਵੀਡੀਓ ਜਿਹੜਾ ਉਹਨਾਂ ਨੇ ਪੋਸਟ ਕੀਤਾ ਉਹ ਖੁਦ ਹੀ ਰਿਕਾਰਡ ਕੀਤਾ। ਕੀਵ ਦੇ ਗੋਰੋਡੇਟਸਕੀ ਹਾਊਸ ਦੇ ਸਾਹਮਣੇ ਸੜਕ ਤੇ ਤੁਰਦੇ ਫਿਰਦੇ ਉਹਨਾਂ ਨੇ ਇਹ ਵੀਡੀਓ ਰਿਕਾਰਡ ਕੀਤਾ, ਸੈਲਫੀ ਵੀਡੀਓ ਰਿਕਾਰਡ ਕੀਤਾ। ਕਹਿੰਦੇ ਇੰਟਰਨੈਟ ਤੇ ਬਹੁਤ ਸਾਰੀਆਂ ਝੂਠੀਆਂ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਨੇ ਕਿ ਮੈਂ ਆਪਣੀ ਫੌਜ ਨੂੰ ਹਥਿਆਰ ਸੁੱਟਣ ਦੇ ਹੁਕਮ ਦੇ ਦਿੱਤੇ ਨੇ ਤੇ ਲੋਕ ਬਾਹਰ ਨਿਕਲ ਰਹੇ ਨੇ। ਕਹਿੰਦੇ ਮੈਂ ਇੱਥੇ ਆ, ਸਾਡੀ ਫੌਜ ਵੀ ਇੱਥੇ ਆ, ਅਸੀਂ ਲੜਾਂਗੇ, ਡਟੇ ਰਹਾਂਗੇ, ਯੂਕਰੇਨ ਦੀ ਆਜ਼ਾਦੀ ਦੇ ਲਈ ਆਪਣੇ ਦੇਸ਼ ਦੀ ਰੱਖਿਆ ਕਰਾਂਗੇ, ਹਥਿਆਰ ਨਹੀਂ ਸੁੱਟਾਂਗੇ, ਅਸੀਂ ਹਮੇਸ਼ਾ ਚਿਹਰਾ ਸਾਹਮਣੇ ਕਰਕੇ ਲੜਾਂਗੇ, ਪਿੱਠ ਨਹੀਂ ਦਿਖਾਵਾਂਗੇ। Всім доброго ранку, українці. Зараз в мережі дуже багато з'явилось фейкової інформації, що, немов я закликаю складати зброю нашу армію і йде евакуація. Значить так, я тут, ніяку зброю ми не складемо, будемо захищати нашу державу, тому що наша зброя – це наша правда. Наша правда в тому, що це наша земля, наша країна, наші діти, і ми все це будемо захищати. Ось і все. Ось це і є те, що я хотів вам сказати. Слава Україні! ਤੇ ਯੂਕਰੇਨ ਰੂਸ ਜੰਗ ਦੇ ਦਰਮਿਆਨ ਇੱਕ ਬਹਾਦਰੀ ਵਾਲੀ ਖਬਰ ਆ ਰਹੀ ਹੈ, ਫੌਜੀ ਨੂੰ ਸਲਾਮ ਕਰਨ ਵਾਲੀ ਖਬਰ ਆ ਰਹੀ ਹੈ ਕਿ ਰੂਸੀ ਟੈਂਕਾਂ ਨੂੰ ਆਪਣੇ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਦੇ ਵਿੱਚ ਇੱਕ ਯੂਕਰੇਨੀ ਫੌਜੀ ਨੇ ਆਪਣੇ ਆਪ ਨੂੰ ਹੀ ਬੰਬ ਨਾਲ ਉਡਾ ਦਿੱਤਾ। ਇੱਕ ਪੁਲ ਨੂੰ ਤਬਾਹ ਕਰਨ ਦੇ ਲਈ ਉਸਨੇ ਅਜਿਹਾ ਕੀਤਾ ਤੇ ਯੂਕਰੇਨੀ ਫੌਜੀ ਨੂੰ ਇੱਕ ਨਾਇਕ ਦੇ ਵਜੋਂ ਹੁਣ ਸਲਾਹਿਆ ਜਾ ਰਿਹਾ ਹੈ। ਯੂਕਰੇਨ ਦੀ ਫੌਜ ਨੇ ਆਪਣੇ ਫੇਸਬੁੱਕ ਪੇਜ ਤੇ ਦੱਸਿਆ ਕਿ ਸਮੁੰਦਰੀ ਬਟਾਲੀਅਨ ਇੰਜੀਨੀਅਰ ਵਿਟਾਲੀ ਸਕਾਕੁਨ ਵੋਲੋਡੀਮਾਇਰੋਵਿਚ ਨੂੰ ਦੱਖਣੀ ਸੂਬੇ ਖੇਰਸਨ ਦੇ ਹੈਨੀਚੇਸਕ ਪੁਲ ਤੇ ਤਾਇਨਾਤ ਕੀਤਾ ਗਿਆ ਸੀ। ਜਦੋਂ ਰੂਸੀ ਟੈਂਕ ਅੱਗੇ ਵਧਣ ਲੱਗੇ, ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਮਾਂ ਬਹੁਤ ਥੋੜਾ ਸੀ ਤੇ ਪੁਲ ਨੂੰ ਖਤਮ ਕਰਨ ਦਾ ਹੀ ਇੱਕੋ ਇੱਕ ਰਾਹ ਦਿਖ ਰਿਹਾ ਸੀ ਤੇ ਇਸੇ ਦਰਮਿਆਨ ਫੌਜੀ ਵਿਟਾਲੀ ਨੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਖੁਦ ਨੂੰ ਬੰਬ ਨਾਲ ਬੰਨ ਕੇ ਪੁਲ ਨੂੰ ਹੀ ਉਡਾ ਦਿੱਤਾ। ਮਿਲਟਰੀ ਕਮਾਂਡਰਾਂ ਨੇ ਕਿਹਾ ਕਿ ਵੋਲੋਡੀਮੀਰ ਨੂੰ ਬਹਾਦਰੀ ਪੁਰਸਕਾਰ ਦੇਣ ਦੀ ਜਿਹੜੀ ਯੋਜਨਾ ਉਹ ਬਣਾਈ ਜਾ ਰਹੀ ਹੈ। ਜਦੋਂ ਜੰਗ ਖਤਮ ਹੋ ਗਿਆ ਤਾਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ ਤੇ ਅਸਲੀ ਪੁਰਸਕਾਰ ਤਾਂ ਲੋਕਾਂ ਦੇ ਵੱਲੋਂ ਹੁੰਦਾ, ਜਿਹੜਾ ਲੋਕ ਇਸ ਬਹਾਦਰੀ ਦੀ ਪ੍ਰਸ਼ੰਸਾ ਕਰ ਰਹੇ ਨੇ। ਬੁਲੇਟਿਨ ਦੇ ਵਿੱਚ ਕੁਝ ਹੋਰ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਇੱਕਦਮ। ਸ਼ੁੱਕਰਵਾਰ ਨੂੰ ਪੂਰੀ ਤਿੱਖੀ ਧੁੱਪ ਸੀ, ਪੂਰੀ ਜਿਹੜੀ ਸਰਦੀ ਤੋਂ ਬਾਅਦ ਬਦਲਿਆ ਹੋਇਆ ਮੌਸਮ ਹੁੰਦਾ ਹੈ, ਗਰਮੀ ਹੋਣ ਲੱਗ ਜਾਂਦੀ ਹੈ, ਲੋਕਾਂ ਨੇ ਕੋਟੀਆਂ ਸਵੈਟਰ ਲਾ ਦਿੱਤੇ ਸੀ ਅਤੇ ਸ਼ਨੀਚਰਵਾਰ ਨੂੰ ਸਵੇਰੇ ਜਦੋਂ ਉੱਠੇ ਤਾਂ ਸਾਰੇ ਕਿਤੇ ਮੀਂਹ ਪੈ ਰਿਹਾ ਸੀ। ਸਾਰਿਆਂ ਨੇ
ਨੇ ਦੇਖਿਆ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਲੋਕਾਂ ਨੇ ਵੀ ਸਾਨੂੰ ਕਮੈਂਟ ਕਰਕੇ ਜਾਣਕਾਰੀ ਦਿੱਤੀ ਹੈ। ਸਾਡੇ ਦਰਸ਼ਕਾਂ ਨੇ ਤਕਰੀਬਨ ਹਰ ਇਲਾਕੇ ਦੇ ਵਿੱਚ ਮੀਂਹ ਪਿਆ। ਤੜਕੇ ਤਾਂ ਹਲਕਾ ਮੀਂਹ ਸੀ, ਪਰ ਸ਼ਨੀਚਰਵਾਰ ਦੀ ਦੁਪਹਿਰ ਤੱਕ ਚੰਡੀਗੜ੍ਹ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਇੱਕ ਵਾਰੀ ਤੇਜ਼ ਮੀਂਹ ਦਾ ਛੜਾਕਾ ਆਇਆ ਤੇ ਉਸ ਤੋਂ ਬਾਅਦ ਲਗਾਤਾਰ ਬੱਦਲਵਾਈ ਹੈ ਜਿਹੜੀ ਉਹ ਰਹੀ ਹੈ, ਵਿੱਚ ਧੁੱਪ ਵੀ ਨਿਕਲਦੀ ਰਹੀ ਹੈ। ਮੌਸਮ ਦੀ ਖਰਾਬੀ ਹੈ ਜਿਹੜੀ ਉਹ ਪਹਾੜੀ ਇਲਾਕਿਆਂ ਦੇ ਵਿੱਚ ਵੀ ਦੇਖੀ ਗਈ ਹੈ। ਹਿਮਾਚਲ ਦੇ ਵਿੱਚ ਬਰਫ਼ਬਾਰੀ ਤੋਂ ਬਾਅਦ 260 ਸੜਕਾਂ ਫਿਰ ਤੋਂ ਬੰਦ ਹੋ ਗਈਆਂ। ਡਲਹੌਜ਼ੀ, ਕੁਫਰੀ, ਸ਼ਿਮਲਾ ਤੇ ਕਲਪਾ ਦੇ ਵਿੱਚ ਹਲਕੀ ਬਰਫ਼ਬਾਰੀ ਹੋਈ ਹੈ। ਇਹਨਾਂ ਥਾਵਾਂ ਤੇ ਕਰਮਵਾਰ 1.5, 0.8 ਜਾਂ ਫਿਰ 0.6 ਸੈਂਟੀਮੀਟਰ ਸਨੋਫਾਲ ਹੋਈ ਹੈ ਤੇ ਸਨੋਫਾਲ ਇਹੋ ਜਿਹੀ ਸੀ ਕਿ ਬਰਫ਼ ਪੈ ਰਹੀ ਸੀ, ਨਾਲ ਹੀ ਪਿਘਲ ਰਹੀ ਸੀ। ਤੇ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਸੂਬੇ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬਰਫ਼ਬਾਰੀ ਨੇ ਹੋਟਲ ਉਦਯੋਗ ਦੇ ਵਿੱਚ ਮੁੜ ਤੋਂ ਖੁਸ਼ੀ ਲਿਆ ਦਿੱਤੀ ਹੈ, ਜੋ ਹਫ਼ਤੇ ਦੇ ਅੰਤ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧੇ ਦਾ ਉਮੀਦ ਕਰ ਰਹੀ ਹੈ। ਹਿਮਾਚਲ ਦੇ ਨਾਲ ਕਸ਼ਮੀਰ ਦੇ ਵਿੱਚ ਵੀ ਬਰਫ਼ਬਾਰੀ ਹੋਈ ਹੈ। ਕਈ ਥਾਵਾਂ ਤੇ ਤਾਜ਼ਾ ਬਰਫ਼ਬਾਰੀ ਤੇ ਢਿੱਗਾਂ ਡਿੱਗਣ ਕਾਰਨ 270 ਕਿਲੋਮੀਟਰ ਲੰਬੇ ਜੰਮੂ ਸ਼੍ਰੀਨਗਰ ਕੌਮੀ ਸ਼ਾਹਰਾਹ ਨੂੰ ਬੰਦ ਕਰ ਦਿੱਤਾ ਗਿਆ। ਇਹ ਸ਼ਾਹਰਾਹ ਕਸ਼ਮੀਰ ਵਾਦੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੀ ਇੱਕੋ ਇੱਕ ਸੜਕ ਹੈ, ਜੋ ਹਰ ਮੌਸਮ ਦੇ ਵਿੱਚ ਆਵਾਜਾਈ ਲਈ ਖੁੱਲੀ ਰਹਿੰਦੀ ਹੈ। ਤੇ ਕਸ਼ਮੀਰ ਦੇ ਵਿੱਚ ਪਿਛਲੇ 2 ਦਿਨ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਬਰਫ਼ਬਾਰੀ ਹੋਈ ਹੈ। 2-2 ਫੁੱਟ ਤੱਕ ਇੱਥੇ ਬਰਫ਼ਬਾਰੀ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ। ਹਰਿਆਣਾ ਤੇ ਸਿਰਸਾ ਦੀ ਗੱਲ ਕਰ ਲਈਏ ਤਾਂ ਇੱਥੇ ਮੀਂਹ ਤੇ ਗੜਿਆਂ ਕਾਰਨ ਕਣਕ ਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਦੇ ਨਾਲ ਜਿੱਥੇ ਕਈ ਇਲਾਕਿਆਂ ਦੇ ਵਿੱਚ ਕਣਕ ਦੀ ਫਸਲ ਧਰਤੀ ਤੇ ਵਿਛ ਗਈ, ਉੱਥੇ ਹੀ ਕਿਸਾਨਾਂ ਦੇ ਵੱਲੋਂ ਬੀਜੀ ਭਿੰਡੀ, ਤੋਰੀ ਤੇ ਹੋਰ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਮੀਂਹ ਦੇ ਨਾਲ ਜਿਹੜੇ ਗੜੇ ਪਏ ਨੇ ਉਹਨਾਂ ਕਰਕੇ ਨੁਕਸਾਨ ਹੋਇਆ ਹੈ। ਭਿੰਡੀ ਦੀ ਜਿਹੜੀ ਫਸਲ ਹੈ ਉਹ ਤਾਂ ਲਗਭਗ ਹੀ ਖਤਮ ਹੋ ਗਈ ਹੈ। ਅਗਲੀ ਵੱਡੀ ਖਬਰ ਹੈ ਕਿ ਸੈਂਟਰ ਸਰਕਾਰ ਨੇ ਪੰਜਾਬ ਦੇ ਪਿੰਡੇ ਤੇ ਇੱਕ ਹੋਰ ਡੂੰਘਾ ਜ਼ਖਮ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਇੱਕ ਹੋਰ ਧੱਕਾ ਕਰਦਿਆਂ BBMB ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਨੂੰ ਖਤਮ ਕਰ ਦਿੱਤਾ ਹੈ। ਭਾਖੜਾ ਬਿਆਸ ਮੈਨੇਜਮੈਂਟ ਰੂਲ 1974 ਤਹਿਤ ਇਸ ਬੋਰਡ ਦੇ ਵਿੱਚ ਪੰਜਾਬ ਨੂੰ ਰੈਗੂਲਰ ਪ੍ਰਤੀਨਿਧਤਾ ਦਿੱਤੀ ਗਈ ਸੀ। ਕੇਂਦਰ ਸਰਕਾਰ ਦੇ ਵੱਲੋਂ ਫੈਸਲੇ ਦਾ ਨੋਟੀਫਿਕੇਸ਼ਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਸੋਧ ਨਿਯਮ 2022 ਜਾਰੀ ਕਰ ਦਿੱਤਾ ਗਿਆ ਹੈ। ਕੇਂਦਰ ਦੀ ਧੱਕੇਸ਼ਾਹੀ ਮੂਰੇ ਹਾਲੇ ਤੱਕ ਪੰਜਾਬ ਸਰਕਾਰ ਨੇ ਚੁੱਪ ਵੱਟ ਰੱਖੀ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ। ਪੰਜਾਬ ਪੁਨਰਗਠਨ 1966 ਐਕਟ ਦੇ ਤਹਿਤ ਪੰਜਾਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਨੂੰ 58.42 ਦੇ ਅਨੁਪਾਤ ਨਾਲ ਪ੍ਰਤੀਨਿਧਤਾ ਦਿੱਤੀ ਗਈ ਸੀ। ਪੰਜਾਬ ਦੇ ਨਾਲ ਹਰਿਆਣੇ ਨੂੰ ਵੀ ਬਰਾਬਰ ਦਾ ਝਟਕਾ ਦਿੱਤਾ ਗਿਆ ਹੈ ਤੇ ਹੁਣ ਕੇਂਦਰ ਸਰਕਾਰ ਨੇ ਜਿਹੜਾ ਨਵਾਂ ਫੈਸਲਾ ਸੁਣਾਇਆ ਹੈ, ਇਸ ਫੈਸਲੇ ਦੇ ਮੁਤਾਬਿਕ ਇਹ ਧੱਕਾ ਪੰਜਾਬ ਦੇ ਨਾਲ ਹਰਿਆਣੇ ਨੂੰ ਵੀ ਬਰਾਬਰ ਦਾ ਲੱਗਿਆ ਹੈ। ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਉਸ ਦੇ ਮੁਤਾਬਿਕ BBMB ਦੇ ਚੇਅਰਮੈਨ ਤੇ 2 ਫੁੱਲ ਟਾਈਮ ਮੈਂਬਰਾਂ ਦੀ ਚੋਣ ਪ੍ਰਕਿਰਿਆ ਦੇ ਵਿੱਚ ਵੱਡਾ ਜਿਹੜਾ ਫੇਰਬਦਲ ਕੀਤਾ ਗਿਆ ਹੈ। ਇਹ ਪਹਿਲਾਂ ਦੋਵੇਂ ਪੂਰੇ ਸਮੇਂ ਦੇ ਮੈਂਬਰ ਪੰਜਾਬ ਤੇ ਹਰਿਆਣਾ ਤੋਂ ਹੀ ਹੁੰਦੇ ਸੀ, ਪਰ ਹੁਣ ਨਵੇਂ ਨਿਯਮਾਂ ਦੇ ਮੁਤਾਬਿਕ ਕੋਈ ਵੀ ਇਹਨਾਂ ਨਿਯੁਕਤੀਆਂ ਦੇ ਲਈ ਅਪਲਾਈ ਕਰ ਸਕਦਾ ਹੈ। ਵੱਡਾ ਝਟਕਾ ਕੇਂਦਰ ਸਰਕਾਰ ਨੇ 2 ਸੂਬਿਆਂ ਨੂੰ ਦਿੱਤਾ ਹੈ ਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਇੱਕ ਹੋਰ ਫੈਸਲਾ ਲੈ ਕੇ ਰਾਜਸਥਾਨ, ਹਿਮਾਚਲ ਤੇ ਚੰਡੀਗੜ੍ਹ ਨੂੰ ਵੀ ਮੈਂਬਰਸ਼ਿਪ ਦਿੱਤੀ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਚੇਅਰਮੈਨ ਵਰਗਾ ਵਕਾਰੀ ਅਹੁਦਾ ਪੰਜਾਬ ਦੀ ਝੋਲੀ ਪੈਂਦਾ ਰਿਹਾ ਹੈ, ਪਰ ਫੈਸਲੇ ਦੇ ਨਾਲ ਪੰਜਾਬ ਦੇ ਹੱਥੋਂ ਹੁਣ ਚੇਅਰਮੈਨ ਹੀ ਖੁੱਸਣ ਦਾ ਡਰ ਬਣ ਗਿਆ। ਪੰਜਾਬ ਦੀ ਹਿੱਕ ਤੇ ਬਣੀ ਭਾਖੜਾ ਡੈਮ ਦੀ ਵਾਗਡੋਰ ਬੇਗਾਨਿਆਂ ਹੱਥ ਦੇਣ ਨਾਲ ਪੰਜਾਬ ਨੂੰ ਇੱਕ ਹੋਰ ਜ਼ਖਮ ਕੇਂਦਰ ਸਰਕਾਰ ਨੇ ਦੇ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਸਭ ਤੋਂ ਪਹਿਲਾਂ ਇੱਕ ਟਵੀਟ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਂਝੇ ਤੌਰ ਤੇ ਇੱਕ ਦਿਨ ਪਹਿਲਾਂ ਹੀ ਡਟਣ ਦਾ ਸੱਦਾ ਵੀ ਦਿੱਤਾ ਸੀ। ਉਹਨਾਂ ਨੇ ਟਵੀਟ ਕੀਤਾ ਸੀ ਕਿ BBMB ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਖਤਮ ਕਰਨੀ, ਚੰਡੀਗੜ੍ਹ ਦੇ ਵਿੱਚ ਵੀ ਅਜਿਹੇ ਫੈਸਲੇ ਲਾਗੂ ਕਰਨੇ, ਇਸ ਦੇ ਲਈ ਸਾਨੂੰ ਇਕਜੁੱਟ ਹੋਣਾ ਚਾਹੀਦਾ। ਵੋਟਾਂ ਲੰਘ ਗਈਆਂ ਨੇ। ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਇਹ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਓ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਵੀ ਕੇਂਦਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਤੱਕ ਪਹੁੰਚ ਦਾ ਐਲਾਨ ਕੀਤਾ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕੇਂਦਰ ਖਿਲਾਫ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਦੂਸਰੇ ਲੀਡਰਾਂ ਦੀ ਚੁੱਪ ਪੰਜਾਬੀਆਂ ਨੂੰ ਜ਼ਰੂਰ ਪਰੇਸ਼ਾਨ ਕਰਨ ਲੱਗੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਰੂਰ ਸ਼ਾਮ ਤੱਕ ਬੋਲੇ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਪੰਜਾਬ ਨਾਲ ਹਮੇਸ਼ਾ ਹੀ ਧੱਕਾ ਕਰਦਾ ਆਇਆ ਹੈ। ਪੰਜਾਬ ਮੂਰੇ ਖੜਾ ਨਵਾਂ ਸੰਕਟ ਕੇਂਦਰ ਦੇ ਮਤਰੇਏ ਵਤੀਰੇ ਦੀ ਇੱਕ ਹੋਰ ਉਦਾਹਰਣ ਹੈ। ਸੁਖਬੀਰ ਨੇ ਕਿਹਾ ਕਿ
ਕੇਂਦਰ ਖਿਲਾਫ ਤਿੱਖੀ ਲੜਾਈ ਸ਼ੁਰੂ करे तो बिना कोई गुजारा नहीं रह जाता। पंजाब सरकार ने कोरोना केसां दे विच आ रही कमी के मद्देनज़र नवे दिशा निर्देश भी जारी किए ने। हालांकि पाबंदियां 25 मार्च तक वधा दित्तियां ने, पर सारे स्कूल खोलण दा ऐलान कर दिता है। समाजिक दूरी ते मास्क जिहड़ा वो पहनना पवेगा। स्कूल कॉलेज हर तरह के हुण खोल दिते गए ने। यूनीवर्सिटियां, कॉलेज, स्कूल, पॉलीटैक्निक, ITIs, कोचिंग संस्थावां, लाइब्रेरियां, सिखलाई संस्थावां, ये सारे हुण खोले जा सकते हैं, पर नियमां दी पालना जरूर करनी होएगी। 15 साल तो वध उम्र के सारे विद्यार्थियों नूं सरीरक क्लासां दे विच शामिल होण वेले टीकाकरण की घट्टो घट्ट एक खुराक लैनी लाजमी की गई है। विद्यार्थियों कोल ऑनलाइन क्लासां की ऑप्शन है जिहड़ी ओह जरूर होनी चाहिए है। ये सरकार ने कह दिता है कि जबरदस्ती उन्हां नूं स्कूल नहीं बुलाया जा सकता। इस दे नाल ही बार, सिनेमा हॉल, मॉल, जिम, रेस्टोरेंट, स्पोर्ट्स कंपलैक्स, म्यूजियम, चिड़ियाघर सारे 75% समर्था नाल खोले जा सकते हैं। AC बसां दे विच 50% सवारियां ही बिठाईयां जा सकदियां ने। प्राइवेट ते सरकारी अदारियां दे विच मास्क पहन के रखना लाजमी है। पंजाब दे विच एंट्री लई वैक्सीन ते कोरोना दी नैगेटिव रिपोर्ट होनी लाजमी है। ये सारे नियम असीं तुहानूं सुना रहे हैं, तुसीं भी सुन रहे हो, ते तुसीं जरूर दस्सिओ कि इन्हां नियमां दी पालना करदा कौन कौन है। पंजाब सरकार दी गल कर लईए तां किसे नूं ऐतकी नहीं पता लग रहा सरकार किहदी बननी है। हाले भी ਜਿਹੜੇ दिन ने वो काफ़ी पए ने नतीजा आउण दे विच। इसे दरम्यान बीजेपी के कौमी प्रधान JP नड्डा ने वड्डा बयान दिता है। कहते पंजाब दे विच हंग असैंबली के असार ने। गठजोड़ की गल है जिहड़ी ओह नतीजों तो बाद ही होवेगी। उन्होंने हंग असैंबली के असार दिते ने। नड्डा ने कहा कि पंजाब च किसी एक पार्टी नूं बहुमत मिलण की कोई आस नहीं लगती हैगी। चोणां तो बाद ही किसी पार्टी नाल गठजोड़ बारे बीजेपी सोचेगी। ते पंजाब दे विच हंग असैंबली के असार क्यों बन रहे हैं, इस ते भी थोड़ी जी आपां जानकारी दे दिंदे आ। पंजाब दे विच इस वारी पिछले साल के मुकाबले 5% घट वोटिंग हुई है। 2017 दे विच 77.20% ते इस वारी 71.95% वोटिंग हुई है। दुआबे ते माझे दे विच वोटिंग घट दर्ज की गई है। मालवे दे विच बंपर वोटिंग हुई है। पंजाब दी वोटिंग विच इस बार इक्को जिहा ट्रेंड देखण नूं नहीं मिलिया। इसे कारण सियासी माहिर भी इन्हां वोटां दा कोई भी नतीजा नहीं कढ पा रहे। जी तो भी पुछो कहणगे 10 तरीक नूं ही देखदे आ की बनदा है। ते अजिहे विच सारियां पार्टियां आपो अपनी सरकार बनाउण दा भी दावा तां ही शायद कर रहीआं ने। आम आदमी पार्टी नूं लगदा है साडी सरकार बनू, कांग्रेस नूं लगदा है असीं रिपीट करांगे, बीजेपी नूं लगदा है कि हंग असैंबली आऊगी। इस तो पहला लगदा सी कि सरकार साडी बनूगी, गठजोड़ दी बनूगी। देखदे आ निकलदा की है EVM चों। एक वड्डी खबर फरीदकोट तो दस दिंदे आ, जिथे NRI बहू नूं फाहा देण दा दोष लग्गिआ सहुरे परिवार ते। फरीदकोट दे सठियाला पिंड दी NRI हरमनप्रीत कौर दे सहुरे परिवार ते उसनूं फाहा दे के मारन दा दोष लग्गिआ। पुलिस वल्लों सहुरे परिवार ते मामला दर्ज करके मामले दी जांच शुरू कर दित्ती है। हरप्रीत कौर दा पिंड सठियाला दे विच अंतिम संस्कार भी कर दिता गया। पंजाब सरकार दे वल्लों घपले दे कथित दोषी 5 पंचायत अफसरां नूं मुअत्तल कर दिता गया है। पंचायत विभाग दे सकत्तर दे वल्लों कीती जांच दे विच 5 जणे गबन दे लई दोषी पाए गए सी। मामला पटियाले जिले नाल संबंधित दस्सिआ जा रहा है। पटियाला जिले दे शंभू ब्लॉक दे विच सरकारी फंडां दे विच गबन दा मामला सामने आया सी। उस तो बाद पंजाब पेंडू विकास विभाग दे सकत्तर वल्लों कीती गई मुढ़ली जांच तो बाद 5 पेंडू विकास अधिकारियों नूं मुअत्तल किया गया। ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਕੋਰੀਡੋਰ ਦੇ ਨਿਰਮਾਣ ਅਤੇ ਉਦਯੋਗਿਕ ਕਲਸਟਰ ਦੇ ਵਿਕਾਸ ਲਈ 1000 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ 5 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਦਿੱਤੇ ਗਏ 260 ਕਰੋੜ ਰੁਪਏ ਦੇ ਮੁਆਵਜ਼ੇ ਦੇ ਵਿੱਚੋਂ 80 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਸੀ। इस तो इलावा सकत्तर ने जिला पंचायत और विकास अफसर और BDPO तो सुपरवाइजरी की भूमिका निभाउण दे विच सफल रहण कारण उन्हां तो स्पष्टीकरण भी मंगिया गया सी। धार्मिक पहरावे दे नाल संबंधित कर्नाटका तो लगातार खबरां आ रहीआं ने। पिछले दिनी बेंगलुरु दे एक कॉलेज तो दस्तारधारी सिख विद्यार्थियों नूं दस्तार उतार के कॉलेज विच आउण दा जिहड़ा तानाशाही फरमान सुनाया गया सी। हालांकि उस तो बाद सरकार ने कह दित्ता सी कि सिख विद्यार्थियों ते कोई पाबंदी नहीं है, पर हुण फिर बेंगलुरु दे एक स्कूल दे विच 6 साल दे सिख बच्चे नूं दस्तार बन्नण दे कारण स्कूल विच दाखल करन तो मना कर दिता गया। सिख बच्चा अपने माता पिता दे नाल कर्नाटका दे मैंगलुरु दे विच एक स्कूल विच दाखला लैण गया तां स्कूल दे अधिकारियों ने यह कह के मना कर दिता कि साडे स्कूल विच किसी भी तरह का धार्मिक चिन्ह पहनण दी आग्या नहीं है। इस मामले की सूचना बाद विच बाल कल्याण कमेटी नूं दे दित्ती गई। हालांकि एक दिन पहला इस मुद्दे ते स्पष्टीकरण दिंदिआं प्राइमरी ते सैकेंडरी सिੱਖਿਆ मंत्री बीबी नागेश ने कहा सी कि दस्तार सजाउणा सिख भाईचारे दे लोकां दा संविधानिक हक है। हाईकोर्ट दा अंतरिम हुक्म सिर्फ
ਸਿਰਫ ਹਿਜਾਬ ਜਾਂ ਫਿਰ ਭਗਵਾ ਪਹਿਨਣ ਤੇ ਹੀ ਲਾਗੂ ਹੁੰਦਾ ਹੈ ਅਤੇ 6 ਸਾਲ ਦੇ ਬੱਚੇ ਨੂੰ ਦਸਤਾਰ ਪਹਿਨਣ ਕਾਰਨ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ ਕੀਤੇ ਜਾਣ ਦੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਰਨਾਟਕਾ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਰਨਾਟਕਾ ਅੰਦਰ ਅਜਿਹੇ ਸਿੱਖ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਜਲਦ ਹੀ ਉੱਥੋਂ ਦੇ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਜਾਵੇਗਾ। ਇਹ ਵਰਤਾਰਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ। ਉਹਨਾਂ ਨੇ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਸਿੱਖਾਂ ਤੇ ਹੋਰ ਭਾਈਚਾਰਿਆਂ ਦੇ ਵਿਰੁੱਧ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਨੇ ਰੂਸੀ ਫੌਜੀਆਂ ਦੇ ਹਮਲੇ ਕਾਰਨ ਸ਼ਹਿਰ ਦੇ ਵਿੱਚ ਕਰਫਿਊ ਦਾ ਸਮਾਂ ਵਧਾ ਦਿੱਤਾ ਹੈ। ਕੀਵ ਦੇ ਵਿੱਚ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕਰਫਿਊ ਰਹੇਗਾ। ਪਹਿਲਾਂ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਸੀ। ਮੇਅਰ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕਰਫਿਊ ਦੌਰਾਨ ਕੋਈ ਵੀ ਬੰਦਾ ਸੜਕਾਂ ਤੇ ਨਜ਼ਰ ਆਇਆ ਤਾਂ ਉਸ ਨੂੰ ਦੁਸ਼ਮਣਾਂ ਦਾ ਮੈਂਬਰ ਮੰਨਿਆ ਜਾਏਗਾ, ਰੂਸੀ ਸਮੂਹ ਦਾ ਮੈਂਬਰ ਮੰਨਿਆ ਜਾਏਗਾ। ਤੇ ਭਾਰਤੀ ਵਿਦਿਆਰਥੀਆਂ ਦੇ ਨਾਲ ਜੁੜੀ ਰਾਹਤ ਭਰੀ ਖਬਰ ਇਹ ਹੈ ਕਿਉਂਕਿ ਉਹਨਾਂ ਦੇ ਮਾਪੇ ਉਡੀਕ ਰਹੇ ਨੇ। ਭਾਰਤ ਦੇ ਵਿੱਚ ਜਿੱਥੋਂ ਵੀ ਉਹ ਸੰਬੰਧਿਤ ਨੇ ਉਹਨਾਂ ਦੇ ਮਾਪੇ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ। ਰੋਟੀ ਅੰਦਰ ਨਹੀਂ ਜਾ ਰਹੀ, ਬੱਚਿਆਂ ਦੀ ਚਿੰਤਾ ਸਤਾ ਰਹੀ ਹੈ। ਤਾਂ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਬੈਚ ਹੈ ਜਿਹੜਾ ਯੂਕਰੇਨ ਤੋਂ ਹੰਗਰੀ ਦੇ ਵਿੱਚ ਦਾਖਲ ਹੋ ਚੁੱਕਿਆ ਹੈ। ਇਹ ਵਿਦਿਆਰਥੀ ਸ਼ਨੀਚਰਵਾਰ ਨੂੰ ਜ਼ਾਹੋਨੀ ਕ੍ਰਾਸਿੰਗ ਪੁਆਇੰਟ ਦੇ ਰਾਹੀਂ ਹੰਗਰੀ ਦੇ ਵਿੱਚ ਦਾਖਲ ਹੋਏ ਨੇ। ਇਹਨਾਂ ਵਿਦਿਆਰਥੀਆਂ ਨੂੰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਲਿਜਾਇਆ ਜਾ ਰਿਹਾ ਹੈ, ਜਿੱਥੋਂ ਇਹਨਾਂ ਨੂੰ ਇੰਡੀਅਨ 에ਅਰਲਾਈਨਸ ਦੀ ਉਡਾਨ ਦੇ ਵਿੱਚ ਭਾਰਤ ਲਿਆਂਦਾ ਜਾਵੇਗਾ। ਇਹ ਜਾਣਕਾਰੀ ਹੰਗਰੀ ਤੋਂ ਇੰਡੀਅਨ ਕੌਂਸੂਲੇਟ ਭਾਰਤੀ ਸਫਾਰਤਖਾਨੇ ਨੇ ਜਾਰੀ ਕੀਤੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।